ਓਟ ਪਰਾਤੀ ਦਰਿਆਏ ਗੁਰ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਬਾਸਨਾ ਭਰਿਆ ਰੇ ਗੁਰ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਬਾਸਨਾ ਭਰਿਆ ਰੇ ਸ੍ਰੀ ਨਾਨਕ ਭਗਵੰਤ ਪੰਕਜ ਬੰਦਨ ਪਵ ਪੰਕਜ ਬੰਦਨ ਸਿਮਰੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਓਜੀ ਹਿਰਦੈ ਦਇਆ ਸ਼੍ਰੀ ਗੁਰੂ ਰਾਮਦਾਸ ਬੋਲ ਸ਼੍ਰੀ ਅਰਜਨ ਬੇਗਨ ਨਾਸ਼ਕ ਗੁਰ ਬਿਗਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਹਰਿ ਰਾਏ ਨਮੋ ਕਰ ਜੋੜੀ ਨਮੋ ਕਰ ਜੋੜੀ ਸ੍ਰੀ ਹਰਿ ਕ੍ਰਿਸ਼ਨ ਬਨਾਏ ਬਹੋਰੀ ਏਕ ਬਹਾਦਰ ਪਰਮ ਕੇਰ ਪਾਲਾ ਜੀ ਪਰਮ ਕੇਰ ਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਕਰੋ ਤਰਾ ਤਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਬਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੰ ਪਰੇ ਅਨੁਰਾਗ ਏਕੰਕਾਰ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਸਤਨਾਮ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਕਹੈ ਪਰਸ 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 ਪਰ ਲੋਕ ਲੁਗਾਈ ਕਾਲੂ ਭਾਗ ਹੈ ਅਧਿਕਾਈ ਜਿਸ ਆਵਾਸ ਸੁਤ ਅਸ ਉਪਜਿਓ ਸਭ ਵਿਦ ਸੋ ਨਿਹਾਲ ਭਵ ਭਇਓ ਕਹੈ ਪਰਸ ਪਰ ਲੋਕ ਲੁਗਾਈ ਕਾਲੂ ਭਾਗ ਹੈ ਅਧਿਕਾਈ
ਆਵਾਸ ਸੁਤ ਅਸ ਉਪਜਿਓ ਸਭ ਵਿਦ ਸੋ ਨਿਹਾਲ ਹਵ ਭਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦੀਨ ਬੰਧੂ ਭਗਤ ਵਸ਼ਲ ਕਰੁਣਾ ਨਿਧਾਨ ਸਮੁੱਚੀ ਮਾਨਵਕਤਾ ਦੇ ਸੱਚੇ ਤੇ ਸੁੱਚੇ ਰਹਿਬਰ ਤਪਦੇ ਹੋਏ ਹਿਰਦਿਆਂ ਨੂੰ ਠੰਡ ਵਰਤਾਉਣ ਵਾਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ, ਜੋ ਸੰਧਿਆ ਦੇ ਦੀਵਾਨ ਹਰ ਰੋਜ਼ ਸਾਜਦੇ ਨੇ, ਜਿਨ੍ਹਾਂ ਸੰਗਤਾਂ ਨੂੰ ਚਾਅ ਹੈ, ਉਮਾਹ ਹੈ, ਪ੍ਰੇਮ ਹੈ ਔਰ ਚਾਨਣ ਆ ਗਿਆ ਹੈ। ਜਿਸ ਤਰ੍ਹਾਂ ਇੱਕ ਫਕੀਰ ਦੀ ਗਾਥਾ ਆਪਾਂ ਸਰਵਣ ਕੀਤੀ ਕਿ ਹਨੇਰਾ ਕਮਰੇ ਦੇ ਵਿੱਚ ਬਹੁਤ ਸੀ ਤੇ ਉਹ ਫਕੀਰ ਕੀ ਕਰੇ, ਉੱਥੇ ਬੌਕਰ ਫੇਰੀ ਜਾਵੇ। ਰਾਤ ਦੇ 12 ਵਜੇ ਕੋਈ ਗੁਜ਼ਰਿਆ, ਕਹਿਣ ਲੱਗੇ ਵੀ ਸੇਠ ਜੀ ਕੀ ਕਰ ਰਹੇ ਹੋ? ਕਹਿੰਦੇ ਮੈਂ ਬੌਕਰ ਦੇ ਨਾਲ ਹਨੇਰਾ ਭਜਾ ਰਿਹਾ। ਫਕੀਰ ਕਹਿਣ ਲੱਗਾ ਭਲਿਆ ਮਾਨਸਾ, ਕਦੇ ਬੌਕਰਾਂ ਨਾਲ ਕੂੜੇ ਤੇ ਇਕੱਠੇ ਕੀਤੇ ਜਾਂਦੇ, ਹਨੇਰਾ ਥੋੜ੍ਹਾ ਭੱਜਦਾ ਹੁੰਦਾ ਹੈ। ਕਹਿੰਦੇ ਫਿਰ ਕੀ ਕੀਤਾ? ਪਾਣੀ ਲੈ ਆਇਆ, ਪਾਣੀ ਪਾਉਣ ਲੱਗ ਪਿਆ। ਕਹਿੰਦੇ ਹੁਣ ਕੀ ਕਰਦਾ ਹੈ? ਕਹਿੰਦੇ ਜੇ ਬੌਕਰ ਨਾਲ ਹਨੇਰਾ ਨਹੀਂ ਭੱਜਦਾ ਤੇ ਪਾਣੀ ਨਹੀਂ ਧੋ ਦਿੰਦਾ ਹੈ। ਫਕੀਰ ਕਹਿੰਦਾ ਪਾਣੀ ਵੀ ਭਾਵੇਂ ਸਮੁੰਦਰ ਮੂਧੇ ਕਰਦੇ ਤਾਂ ਵੀ ਨਹੀਂ ਧੁਪਣਾ। ਕਹਿਣ ਲੱਗੇ ਫਿਰ ਕੀ ਕਰਾਂ? ਫਕੀਰ ਕਹਿੰਦਾ ਦੀਵਾ ਲਿਆ। ਕਹਿੰਦੇ ਜੀ ਦੀਵਾ ਲਿਆਂਦਾ, ਵੱਟੀ ਵਿੱਚ ਘਿਓ ਵਿੱਚ ਹੈ। ਕਹਿੰਦੇ ਹੁਣ ਕਹਿੰਦੇ ਮਾਚਿਸ, ਕਹਿੰਦੇ ਉਹ ਨਹੀਂ ਹੈਗੀ। ਫਕੀਰ ਨੇ ਆਪਣੀ ਜੇਬ ਚੋਂ ਕੱਢੀ। ਉਹ ਫਕੀਰ ਜਿੱਥੇ ਵੀ ਠੰਡ ਵਿੱਚ ਬਹਿੰਦਾ ਉੱਥੇ ਧੂਣਾ ਲਾ ਕੇ ਬੈਠ ਜਾਂਦਾ ਸੀ। ਇਸ ਕਰਕੇ ਰੂਹਾਨੀਅਤ ਵਿੱਚ ਵੀ ਜਿਹੜੇ ਆਪ ਜਗੇ ਉਹੀ ਕਿਸੇ ਨੂੰ ਜਗਾ ਸਕਦੇ ਹੈ। ਜਿਹੜੇ ਆਪ ਹੀ ਬੁਝੇ ਮੇਰੇ ਵਾਂਗੂ ਨਾ ਕਿਸੇ ਨੂੰ ਕੀ ਜਗਾਉਣਾ ਹੈ। ਅੱਜ ਆਪਾਂ ਸਾਰੇ ਬੁਝੇ ਪਏ ਹਾਂ ਚਿੰਤਾ ਝੋਰਿਆਂ ਗਵਾਂ ਦਾ ਕਰਕੇ, ਤੇ ਜੇ ਕਿਤੇ ਗੁਰੂ ਕੀ ਸੰਗਤ ਵਿੱਚ ਆਉਣੇ ਤੇ ਇੱਥੇ ਜਗੇ ਹੋਏ ਬਹਿੰਦੇ ਆ। ਤੇ ਜਗੇ ਹੋਇਆਂ ਦੀ ਮੈਂ ਕੀ ਬਾਤ ਪਾਵਾਂ। ਇੱਕ ਰੂਹ ਆਈ ਆਤਮਾ, ਕਹਿੰਦੇ ਵੀਰ ਜੀ ਮੇਰੀ ਅਰਦਾਸ ਕਰਿਓ, ਮੈਂ 22 ਸਹਿਜ ਪਾਠ ਕਰ ਲਏ 22, ਤੇ ਦਿਲ ਕਰੇ ਪੈਰਾਂ ਨੂੰ ਹੱਥ ਲਾਵਾਂ ਇਸ ਰੂਹ ਦੇ ਕਿ ਕਿੰਨੀ ਵੱਡੀ ਕਮਾਈ ਜੀ 22 ਵਾਰ ਗੁਰੂ ਨਾਨਕ ਦੇ ਦਰਸ਼ਨ ਕਰਨੇ। ਤੇ ਇੰਨਾ ਕਮਾਨ ਹੋਇਆ ਮੈਂ ਨਾਂ ਨਹੀਂ ਲੈਣਾ। ਇੱਥੇ ਆਪਣੇ ਵਿੱਚ ਰੋਜ਼ ਉਹ ਰੂਹ ਬਹਿੰਦੀ ਹੈ, ਕਿਸੇ ਦਾ ਪ੍ਰੇਮ ਹੁੰਦਾ। ਇੱਥੇ ਕਈ ਰੂਹਾਂ ਬੈਠੀਆਂ, ਕੋਈ 34 ਸਹਿਜ ਪਾਠ, ਕੋਈ 35। ਮਹਾਰਾਜ ਸਾਹਿਬ ਕਿੱਡੀ ਵੱਡੀ ਮਿਹਰ ਹੈ ਜੀ। ਉਹ ਰੂਹਾਂ ਜੀ ਕਰਦਾ ਉਹਨਾਂ ਦਾ ਚਰਨ ਫੜੀਏ ਤੇ ਆਪਾਂ ਭਲਾ ਵੀ ਤਾਂ ਹੀ ਹੋਣਾ ਆਪਣਾ, ਕਿਉਂਕਿ ਜਿਹੜੇ ਆਪ ਜਪੈ ਤਾਂ ਕਰਕੇ ਮਹਾਰਾਜ ਜੀ ਕਹਿੰਦੇ ਵੀ ਕਿਤੇ ਮੇਰੇ ਵਰਗਾ ਪੱਥਰ ਵੀ ਬੇੜੀ ਦੇ ਵਿੱਚ ਤਰ ਜੂ। ਮੇਰੇ ਮਾਧੋ ਜੀ ਸਤ ਸੰਗਤ ਹੁਣ ਜਿਹਨੇ 34 ਵਾਰ 35 ਵਾਰ ਜਾਂ 22 ਵਾਰ ਸਹਿਜ ਪਾਠ ਕੀਤਾ ਉਹਦਾ ਤਾਂ ਅੰਦਰ ਧੰਨ ਧੰਨ ਹੋ ਗਿਆ। ਤੇ ਆਪਣੇ ਵਰਗਿਆਂ ਵੀ ਵਿਚਾਰਿਆਂ ਨਾਲ ਲੱਗ ਕੇ ਤਰ ਜਾਣਾ। ਇਸ ਕਰਕੇ ਮਹਾਰਾਜ ਨੇ ਨਾਲ ਹੀ ਇਹ ਵੀ ਬਚਨ ਕਹਿ, ਮਹਾਰਾਜ ਕਹਿੰਦੇ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ। ਕਿਸੇ ਨੂੰ 100 ਵਾਰੀ ਫਿਟੇ ਮੂੰਹ ਆਖੀਏ ਤੇ ਲਾਹਨਤ 1000-100 ਲਾਹਨਤਾਂ ਪਾਈਏ ਤ੍ਰਿਗ ਬਣਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀਆਂ ਰੂਹਾਂ ਧਰਤੀ 'ਤੇ ਆਈਆਂ ਜਨਮ ਲੈ ਕੇ ਪਰ ਕਦੇ ਸੰਗਤ ਵਿੱਚ ਆਏ ਨਹੀਂ, ਬਸ ਖਾ ਲਿਆ ਪੀ ਲਿਆ ਸੌਂ ਲਿਆ, ਉਹਨਾਂ ਦੇ ਬਾਬਤ ਮੇਰੇ ਪਾਤਸ਼ਾਹ ਰਹਿਰਾਸ ਸਾਹਿਬ ਦੇ ਜਾਪ ਜਦੋਂ ਹੁੰਦੇ ਨਾ, ਇੱਕ ਸੱਜਣ ਨੇ ਬੇਨਤੀ ਕੀਤੀ, ਕਹਿੰਦੇ ਜੀ ਕੋਈ ਪੰਕਤੀ ਇੱਦਾਂ ਦੀ ਦੱਸੋ ਜਿਹ 'ਚ ਲਿਖਿਆ ਹੋਵੇ ਵੀ ਸੰਗਤ ਆਉਣਾ ਚਾਹੀਦਾ। ਮਹਾਰਾਜ ਨੇ ਤਾਂ ਲਿਖਿਆ ਨਹੀਂ, ਕਹਿੰਦੇ ਸੰਗਤ ਵਿੱਚ ਬਹੁ। ਮਹਾਰਾਜ ਤੇ ਕਹਿੰਦੇ ਘਰੇ ਵੀ ਜਿੱਥੇ ਮਰਜੀ
ਮੈਂ ਕਿਹਾ ਭਲਿਓ ਦੂਰ ਨਾ ਜਾਓ, ਤੁਹਾਡੇ ਪਿੰਡ ਵੀ ਰਹਿ ਰਾਸ ਗ੍ਰੰਥੀ ਸਿੰਘ ਪੜ੍ਹਦਾ, ਸੁਣੀ ਕਦੇ? ਕਹਿੰਦੇ ਜੀ ਰੋਜ਼ ਸੁਣੀਂਦੀ ਹੈ। ਮੈਂ ਕਿਹਾ ਫਿਰ ਸੁਣੀ ਨਹੀਂ, ਆਵਾਜ਼ ਹੀ ਆਈ ਹੈ। ਮੈਂ ਕਿਹਾ ਜੇ ਸੁਣੀ ਹੁੰਦੀ ਤਾਂ ਫਿਰ ਤੈਨੂੰ ਚੇਤਾ ਆਉਂਦਾ ਕਿ ਮਹਾਰਾਜ ਸਾਹਿਬ ਗੁਰੂ ਰਾਮਦਾਸ ਮੇਰੇ ਪੰਜਵੇਂ ਪੀਰ ਕੀ ਬੋਲਦੇ। ਮਹਾਰਾਜ ਕਹਿੰਦੇ ਜੋ ਸਤਿਗੁਰ ਸਰਣ, ਕਹਿੰਦੇ ਜਿਹੜੇ ਕਦੇ ਸੰਗਤ ਵਿੱਚ ਨਹੀਂ ਆਏ ਧ੍ਰਿਗ ਜੀਵੇ, ਕਹਿੰਦੇ ਉਹਨਾਂ ਦੇ ਦੁਰ ਫਿਟੇ ਮੂੰਹ, ਉਹਨਾਂ ਦੀ ਜ਼ਿੰਦਗੀ ਦੁਨੀਆ 'ਤੇ ਕੀ ਆਏ ਅਤੇ ਕੀ ਨਾ ਆਏ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧ੍ਰਿਗ ਜੀਵੇ ਧ੍ਰਿਗ ਜੀਵਾਸ, ਜਿਨ ਹਰਿ ਜਨ ਸਤਿਗੁਰ ਤਿਨ ਧੁਰ। ਕਹਿੰਦੇ ਜਿਨ੍ਹਾਂ ਨੇ ਪਾਲੀ ਸੰਗਤ ਉਹਨਾਂ ਨੂੰ ਕਹਿੰਦੇ ਤੁਹਾਨੂੰ ਵਧਾਈਆਂ, ਤੁਹਾਨੂੰ ਲੱਖ ਲੱਖ ਵਧਾਈਆਂ, ਤੁਹਾਡੇ ਮੱਥੇ ਦੇ ਭਾਗ ਜਾਗ ਪਏ। ਇੰਨਾ ਕੁਝ ਮਹਾਰਾਜ ਕਹਿ ਰਹੇ, ਮੈਂ ਥੋੜ੍ਹਾ ਕਹਿ ਰਿਹਾ ਏ। ਮੇਰੇ ਗੁਰੂ ਪਾਤਸ਼ਾਹ ਕਿੰਨੇ ਖੁਸ਼ ਹੁੰਦੇ ਜਦੋਂ ਆਪਾਂ ਸੰਗਤ ਵਿੱਚ ਆਉਣੇ। ਖਾਣੇ ਤਾਂ ਆਪੋ ਆਪਣੇ ਕਰਮ ਹੀ ਆ, ਪਰ ਮਹਾਰਾਜ ਨੇ ਵਡਿਆਈ ਬਹੁਤ ਦਿੱਤੀ। ਮਹਾਰਾਜ ਕਹਿੰਦੇ ਧੰਨ ਧੰਨ ਸਤ ਸੰਗਤ, ਜਿਤ ਹਰ, ਜਿੱਥੇ ਹਰੀ ਦਾ ਰਸ ਆਉਂਦਾ, ਰੱਬ ਦੀ ਬਾਤ ਪੈਂਦੀ ਹੈ। ਸੋ ਸਾਧ ਸੰਗਤ ਜੀ ਫਕੀਰ ਨੇ ਤੀਲੀ ਜਗਾਈ, ਜਿਹੜੇ ਕਮਰੇ 'ਚ 2 ਘੰਟੇ ਬੋਕਰ ਫੇਰੀ, ਬਾਲਟੀਆਂ ਪਾਣੀ ਦੀਆਂ ਪਾਈਆਂ, ਪਰ ਹਨੇਰਾ ਨਹੀਂ ਗਿਆ। ਇੱਕ ਡੱਬੀ ਦੀ ਤੀਲ ਨੇ ਸਾਰਾ ਕਮਰਾ ਚਾਨਣ ਨਾ ਭਰਤਾ। ਜਿਹਨੂੰ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਕਿਨਕਾ ਏਕ ਜਿਸ ਜੀ ਵਸਾਵੇ, ਇੱਕ ਕਿਨਕਾ ਹੀ ਵਸ ਜੇ ਨਾ, ਸਾਰੀ ਬਾਡੀ ਤੇਰੀ ਨਿਹਾਲ ਹੋ ਜਾਏਗੀ। ਆਓ ਯਤਨ ਕਰੀਏ ਮਹਾਰਾਜ ਕਿਤੇ ਬਖਸ਼ਿਸ਼ ਕਰਨ ਜੀ ਸਾਰੇ ਪ੍ਰੇਮ ਦੇ ਨਾਲ। ਵਾਹਿਗੁਰੂ 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 ਵਾਹਿਗੁਰੂ। ਰੱਬ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਤਨਵੰਤੇ। ਰੱਬ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਧਨਵੰਤੇ। ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ,
रब को सिमरै से जन परवान। प्रभ को सिमरै से पुरख परदान। 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 प्रभ को सिमरै से तनवंते। 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 प्रभ को सिमरै से पतवंते। 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 ਧੰਨ ਮੇਰੇ ਗੁਰੂ ਅਰਜਨ ਸਾਹਿਬ ਪਾਤਸ਼ਾਹ। ਸਾਰੇ ਆਖੋ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੱਜ ਕੇ ਇੱਕ ਵਾਰੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਚਾਰ ਸ਼ਬਦ ਤੁਸੀਂ ਪੜ੍ਹੇ ਨੇ। ਮੇਰੇ ਪਾਤਸ਼ਾਹ ਕਹਿੰਦੇ ਪ੍ਰਭੂ ਕੋ ਸਿਮਰੈ ਸੇ ਤਨਵੰਤੇ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਕਮਾਈ ਕੀਤੀ 25 ਸਹਿਜ ਪਾਠ, 30 ਸਹਿਜ ਪਾਠ, 34 ਸਹਿਜ ਪਾਠ, ਕਈ 40 ਤੱਕ ਵੀ ਪਹੁੰਚ ਗਏ। ਆਖੋ ਵਾਹਿਗੁਰੂ। ਇਹ ਉਹ ਕਮਾਈ ਹੈ ਜਿਹੜੀ ਤੁਸੀਂ ਆਪਣੇ ਲਈ ਕੀਤੀ ਹੈ। ਬਾਕੀ ਜੋ ਮਰਜ਼ੀ ਕਮਾਈ ਕਰੋ, ਬਸ 2 ਪ੍ਰਸ਼ਾਦੇ ਸਵੇਰੇ 2 ਸ਼ਾਮੀ ਹੈ। ਹੋਰ ਆਪਾਂ ਕਿਹੜਾ ਸੋਨੇ ਨੂੰ ਦੰਦੀਆਂ ਵੱਢਣੀਆਂ ਜਾਂ ਚਾਂਦੀ ਨੂੰ ਉੱਤੇ ਲੈ ਕੇ ਸੌਂ ਜਾਣਾ ਹੈ। ਇਸ ਕਰਕੇ ਮੇਰੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਪ੍ਰਭੂ ਕੋ ਸਿਮਰੈ ਸੇ ਤਨਵੰਤੇ। ਅਸਲ ਧੰਨਵਾਨ ਉਹ ਨੇ ਜਿਨ੍ਹਾਂ ਦੇ ਕੋਲ ਬੰਦਗੀ ਹੈ। ਇਸ ਪ੍ਰਭੂ ਕੋ ਸਿਮਰੈ ਸੇ ਪਤਵੰਤੇ। ਇੱਜ਼ਤ ਵਾਲੇ ਉਹ ਹੀ ਹੈ ਜਿਨ੍ਹਾਂ ਦੀ ਰੱਬ 24 ਘੰਟੇ ਰੱਖਦਾ। ਬਾਬਾ ਫਰੀਦ ਸਾਹਿਬ ਜੀ ਫਰੀਦਕੋਟ ਕਿਤੇ ਜਾਇਓ, ਉੱਥੇ ਮਹਾਂਪੁਰਖਾਂ ਦਾ ਸਥਾਨ ਹੈ। ਅਤੇ ਬਾਬਾ ਫਰੀਦ ਸਾਹਿਬ ਦਾ ਉੱਥੇ ਇਤਿਹਾਸ ਲਿਖਿਆ ਵੀ ਉੱਥੋਂ ਦਾ ਜਿਹੜਾ ਰਾਜਾ ਸੀ ਨਾ, ਉਹ ਕਿਲ੍ਹਾ ਬਣਾ ਰਿਹਾ ਸੀ ਅਤੇ ਉਹਨੇ ਸ਼ਰਤ ਰੱਖੀ ਸੀ ਵੀ ਕੋਈ ਪਰਦੇਸੀ ਆਵੇ, ਕੋਈ ਲਾਗਿਓਂ ਆਵੇ, ਦੂਰੋਂ 5-5 ਟੋਕਰੀਆਂ ਸੁੱਟ ਕੇ ਜਾਵੇ। ਇੱਧਰ ਕਿਤੇ ਬਾਬਾ ਫਰੀਦ ਸਾਹਿਬ ਜੀ ਚੱਲਦੇ ਫਿਰਦੇ ਯਾਤਰਾ ਕਰਦੇ ਉੱਥੇ ਚਲੇ ਗਏ ਅਤੇ ਉਹਨਾਂ ਨੇ ਕਿਹਾ, ਕਹਿੰਦੇ ਬਾਪੂ ਤੂੰ ਵੀ 5 ਟੋਕਰੀਆਂ ਸੁੱਟ ਦੇ, ਇੱਥੋਂ ਦੇ ਰਾਜੇ ਦਾ ਹੁਕਮ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਜੇ ਪਹਿਲੇ 2 ਸ਼ਬਦ ਰਹਿਣ ਦਿੰਦੇ ਭਾਵੇਂ 10 ਸਟਾ ਲੈਂਦੇ, ਪਰ ਆ ਜਿਹੜਾ ਤੁਸੀਂ ਮਗਰੋਂ ਦਬਕਾ ਜਿਹਾ ਮਾਰਦੇ ਨਾ ਵੀ ਰਾਜੇ ਦਾ ਹੁਕਮ ਹੈ, ਮੈਂ ਤਾਂ ਇਕੱਲਾ ਖੁਦਾ ਦੇ ਹੁਕਮ ਨੂੰ ਮੰਨਦਾ, ਮੈਂ ਨਹੀਂ ਕਿਸੇ ਨੂੰ ਮੰਨਦਾ ਬੁੰਦਾ। ਜਿੱਦਾਂ ਬਾਬਾ ਖੁਦਾ ਸਿੰਘ ਜੀ ਹੋਏ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਅਰਦਾਸ ਕਰਾਈ, ਕਿਤੇ ਚੜ੍ਹਾਈ ਕੀਤੀ ਲੜਾਈ ਕਰਨ ਵਾਸਤੇ, ਜੰਗ ਜਿੱਤ ਕੇ ਵਾਪਸ ਆਏ ਅਤੇ ਬਾਬਾ ਜੀ ਨੂੰ ਆ ਕੇ ਕਹਿੰਦੇ ਦੱਸੋ ਬਾਬਾ ਜੀ ਕਿਹੜੀ ਸੇਵਾ ਕਰਾਈਏ। ਅਤੇ ਮਹਾਂਪੁਰਖ ਕਹਿੰਦੇ ਜਾ ਚਲੇ ਜਾ ਕਾਣਿਆ ਇੱਥੋਂ ਚੁੱਪ ਕਰਕੇ। ਸਾਰੇ ਸੰਤਰੀ ਮੰਤਰੀ ਗੁੰਮ ਕਿ ਇਹਨੇ ਸ਼ਬਦ ਕਿਹੜਾ ਬੋਲਤਾ ਮੂੰਹ 'ਤੇ। ਅਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਬਾਬਾ ਤੈਨੂੰ ਮੈਥੋਂ ਡਰ ਨਹੀਂ ਆਉਂਦਾ, ਮੈਂ ਰਾਜਾ ਹਾਂ ਇਸ ਵੇਲੇ। ਕਹਿੰਦੇ ਤੂੰ ਮੈਨੂੰ ਕਾਣਾ ਕਿਉਂ ਕਿਹਾ, ਮੈਨੂੰ ਸਾਰੇ ਮਹਾਰਾਜਾ ਕਹਿੰਦੇ ਆ, ਬਾਦਸ਼ਾਹ ਕਹਿੰਦੇ, ਪਾਤਸ਼ਾਹ। ਆਗੂ ਹੱਸ ਕੇ ਕਹਿੰਦਾ ਉਹ ਤੈਨੂੰ ਤਾਂ ਕਹਿੰਦੇ ਉਹਨਾਂ ਤੇ ਤੋਂ ਕੁਝ ਲੈਣਾ ਹੋਊ, ਮੈਂ ਤੇ ਤੋਂ ਕੀ ਲੈਣਾ ਹੋਏ। ਜਦੋਂ ਵੀ ਬੰਦਾ ਕਿਸੇ ਦੀ ਚਮਚਾਗਿਰੀ ਕਰਦਾ, ਨੀਵਾਂ ਹੁੰਦਾ ਕੁਝ ਲੈਣ ਵਾਸਤੇ, ਕਹਿੰਦੇ ਮੈਂ ਤੇ ਤੋਂ ਕੀ ਲੈਣਾ, ਉਹਨਾਂ ਤੇ ਤੇਰੇ ਤੋਂ ਲੈਣਾ ਅਤੇ ਤੈਨੂੰ ਤਾਂ ਸਤਿਕਾਰ ਦਿੰਦੇ ਹੈ, ਮੈਂ ਤੇ ਉਹਨੂੰ ਹੀ ਸਤਿਕਾਰ ਦਿੰਦਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਦੇ ਰਿਹਾ। ਉਸ ਵੇਲੇ ਕਹਿੰਦੇ ਮਹਾਂਪੁਰਖੋ ਇੰਨੇ ਗਰਮ ਕਿਉਂ। ਕਹਿੰਦੇ ਜਦੋਂ ਲੈਣਾ ਸੀ ਉਦੋਂ ਅਰਦਾਸ ਕਰਾਉਂਦਾ ਸੀ ਵੀ ਬਾਬਾ ਜੀ ਮੈਂ ਜੰਗ ਜਿੱਤ ਲਾਂ, ਮੇਰੀ ਅਰਦਾਸ ਕਰੋ। ਉਦੋਂ ਨੀਵਾਂ ਹੋ ਕੇ ਆਇਆ ਅਤੇ ਜਦੋਂ ਜੰਗ ਜਿੱਤੀ ਗਈ ਅਤੇ ਹੁਣ ਹੰਕਾਰ 'ਚ ਆ ਕੇ ਕਹਿੰਦਾ ਦੱਸੋ ਕਿਹੜੀ ਸੇਵਾ ਕਰਾਈਏ। ਤੇਰੀ ਜ਼ੁਬਾਨ ਬਦਲ ਗਈ, ਫਿਰ ਮਾਫੀ ਮੰਗੀ ਸੀ। ਰੱਬ ਦੇ ਫੱਕਰ ਸਿੱਧੇ ਹੁੰਦੇ ਆ। ਉਸ ਵੇਲੇ ਬਾਬਾ ਫਰੀਦ ਸਾਹਿਬ ਕਹਿੰਦੇ ਜਾਓ ਭਾਜੋ, ਮੈਂ ਨਹੀਂ ਚੁੱਕਣੀ ਟੋਕਰੀ। ਕਿਹੜਾ ਰਾਜਾ, ਮੈਂ ਕਿਸੇ ਦੇ ਨਹੀਂ ਬੂਹੇ 'ਤੇ ਬਹਿੰਦਾ, ਫਰੀਦਾ ਬਾਰ ਪਰਾਇਆ ਸਾਈਂ ਮੁਝੈ ਨਾ ਦੇ ਜੇ ਤੂੰ ਏਵੈ ਰਖਸੀ।
ਫਿਰ ਆਪਾਂ ਪੜ੍ਹਿਆ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ। ਉਹ ਪ੍ਰਵਾਨ ਹੋਏ ਸੀ ਬਾਬਾ ਫਰੀਦ ਸਾਹਿਬ। ਤੇ ਅਗਲੀ ਪੰਕਤੀ ਕੀ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਉਹਨੂੰ ਕਹਿੰਦੇ ਜਿਹਨੂੰ ਆਗੂ ਲਾਇਆ ਹੋਵੇ। ਇਹ ਨਹੀਂ ਜੇ ਮੇਰੇ ਵਰਗਾ 4-5 ਦਿਨ ਸੇਵਾ ਕਰ ਲਏ ਤੇ ਆਪਣੇ ਆਪ ਨੂੰ ਆਗੂ ਸਮਝ ਲਏ, ਇਹ ਨਾ ਗਲਤ ਫਹਿਮੀ 'ਚ ਪੈ ਜਿਓ। ਇਸ ਘਰ 'ਚ ਸੇਵਾਦਾਰ ਕੂਕਰ ਬਣ ਕੇ ਰਹਿਣਾ, ਪ੍ਰਧਾਨਗੀ ਨਹੀਂ ਕਰਨੀ ਕਦੇ ਵੀ, ਨਿਮਰਤਾ 'ਚ ਬੜਾ ਕੁਝ ਹੈ। ਇਸ ਕਰਕੇ ਮਹਾਰਾਜ ਕਹਿੰਦੇ ਬਾਬਾ ਫਰੀਦ ਸਾਹਿਬ ਨੂੰ ਖੁਦਾ ਨੇ ਪ੍ਰਧਾਨਗੀ ਦਿੱਤੀ। ਕਾਹਦੀ? ਕਹਿਣ ਲੱਗੇ ਰਾਜੇ ਨੇ ਹੁਕਮ ਕੀਤਾ ਕਿ ਉਸ ਫਕੀਰ ਨੂੰ ਕਹੋ ਵੀ ਜਾਂ ਤੇ ਟੋਕਰੀ ਸੁੱਟ ਦੇ, ਨਹੀਂ ਤੇ ਫਿਰ ਉਹਨੂੰ ਹੱਥ ਘੜੀ ਲਾ ਲਓ। ਤੋ ਸਾਰਿਆਂ ਨੇ ਪ੍ਰੇਮ ਨਾਲ ਬੇਨਤੀ ਕੀਤੀ, ਕਹਿੰਦੇ ਫਕੀਰ ਸਾਈਂ ਤੇਰਾ ਚਿਹਰਾ ਦੱਸਦਾ ਤੂੰ ਅੱਲਾ ਦਾ ਆਸ਼ਿਕ ਹੈ, ਤੇ ਸਾਡਾ ਰਾਜਾ ਬੜਾ ਕਹਿਰ ਕਰਨ ਵਾਲਾ ਏ, ਤੇ ਤੈਨੂੰ ਮਾਰੇ ਕੁੱਟੇਗਾ, ਜੇਲ੍ਹ ਵਿੱਚ ਪਾ ਦੇਗਾ। ਤੂੰ ਇੱਦਾਂ ਕਰ, ਇੱਕ ਟੋਕਰੀ ਸੁੱਟ ਦੇ, ਅਸੀਂ ਕਹਿ ਦਾਂਗੇ 5 ਸੁੱਟ ਗਿਆ। ਬਾਬਾ ਫਰੀਦ ਸਾਹਿਬ ਕਹਿੰਦੇ ਕੁਫਰ ਕਿਉਂ ਤੋਲਾਂ? ਪਰ ਬਾਬਾ ਫਰੀਦ ਸਾਹਿਬ ਨੂੰ ਤਰਸ ਆਇਆ। ਕਹਿੰਦੇ ਹੁਣ ਤੁਸੀਂ ਸਾਰੇ ਬੇਨਤੀ ਕਰਦੇ ਆ ਤੇ ਸੰਗਤ ਦੀ ਬੇਨਤੀ ਨਹੀਂ ਮੋੜੀ ਦੀ ਹੁੰਦੀ, ਲਿਆਓ ਚੁਕਾਓ। ਤੇ ਉੱਥੇ ਇਤਿਹਾਸ ਕੀ ਕਹਿੰਦਾ ਵੀ ਜਦੋਂ ਬਾਬੇ ਫਰੀਦ ਸਾਹਿਬ ਨੂੰ ਗਾਰੇ ਦਾ ਭਰ ਕੇ ਉਹਨਾਂ ਨੇ ਟੋਕਰਾ ਚੁਕਾਇਆ, ਮੁੱਲ ਪੈਂਦਾ ਜੇ ਚੌਂਕੜੇ ਮਾਰਨ ਦਾ। ਐਵੇਂ ਨਾ ਇੰਨੀ ਗਰਮੀ 'ਚ ਤੁਸੀਂ ਆ ਕੇ ਇੱਦਾਂ ਬੈਠੇ ਵਾਹਿਗੁਰੂ ਵਾਹਿਗੁਰੂ ਕਰਦੇ ਵੇਖਿਓ ਗੁਰੂ ਨਾਨਕ ਕਿੱਦਾਂ ਝੋਲੀ ਭਰਦਾ। ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਵੀ 36 ਸਾਲ ਆਪਣੇ ਪਿਆਰੇ ਦੀ ਗੁਲਾਮੀ ਕੀਤੀ ਹੈ, ਮੈਂ ਕਿਸੇ ਰਾਜੇ ਦੀ ਗੁਲਾਮੀ ਨਾ ਕਰਨੀ ਨਾ ਕਰੂੰਗਾ, ਪਰ ਤੁਸੀਂ ਸੰਗਤ ਆ। ਕਹਿੰਦੇ ਚੁਕਾਓ ਟੋਕਰੀ। ਬਾਬੇ ਫਰੀਦ ਨੇ ਟੋਕਰੀ ਚੁੱਕੀ ਤੇ ਤੁਰ ਪਏ ਲੈ ਕੇ। ਤੇ ਕੀ ਵੇਖਿਆ ਸਾਧ ਸੰਗਤ ਜੀ, 2 ਫੁੱਟ ਸਿਰ ਤੋਂ ਉੱਚੀ ਟੋਕਰੀ ਜਾਣ ਦੀ। ਗੱਜ ਕੇ ਕਹਿ ਦਿਓ ਸਤਿਨਾਮ। ਸੰਗਤਾਂ ਨੇ ਉਸ ਵੇਲੇ ਯਾ ਅੱਲਾ ਯਾ ਖੁਦਾ ਦੇ ਨਾਰੇ, ਸਭ ਦੇ ਟੋਕਰੇ ਛੁੱਟ ਗਏ। ਖਬਰ ਰਾਜੇ ਤੱਕ ਪਹੁੰਚੀ, ਕਹਿੰਦੇ ਤੇਰੇ ਖੁਦਾ ਦਾ ਰੂਪ ਆ ਗਿਆ। ਕੋਈ ਭੱਜ ਕੇ ਆਇਆ ਜਿਹੜਾ ਕਹਿੰਦਾ ਸੀ ਹੱਥ ਘੜੀਆਂ ਲਾ ਕੇ ਲਿਆਓ। ਬਾਬਰ ਦੀ ਚੱਕੀ ਫੇਰ ਕੇ ਲਗਾਤੀ ਬਾਜੀ ਜਾਨ ਦੀ, ਚੱਕੀ ਬਾਬਰ ਦੀ ਨਹੀਂ ਤਕਦੀਰ ਫਿਰ ਗਈ ਹਿੰਦੁਸਤਾਨ ਦੀ। ਬਾਬੇ ਨਾਨਕ ਨੂੰ ਵੀ ਹੱਥ ਘੜੀ ਲੱਗੀ ਸੀ, ਜੇਲ੍ਹ 'ਚ ਪਾਇਆ। ਫਿਰ ਬਾਬੇ ਨੂੰ ਮਰਦਾਨਾ ਪਤਾ ਕੀ ਕਹਿੰਦਾ? ਕਹਿੰਦਾ ਬਾਬਾ ਤੈਨੂੰ ਕਿਹਾ ਸੀ ਨਾ ਵੀ ਕੌੜੇ ਬਚਨ ਨਾ ਬੋਲ, ਦਿਨ ਕੱਟੀ ਦੇ ਹੁੰਦੇ, ਮਿੱਠੀਆਂ ਮਿੱਠੀਆਂ ਗੱਲਾਂ ਕਰ, ਜਿੱਦਾਂ ਦੁਨੀਆ ਚੱਲਦੀ ਉੱਦਾਂ ਬਦਲ ਜਾਈਦਾ ਹੁੰਦਾ ਏ। ਤੂੰ ਕਾਹਤੋਂ ਬਾਬਰ ਨੂੰ ਜਾਬਰ ਕਿਹਾ? ਤੇ ਅਗਲੇ ਨੇ ਹੱਥ ਘੜੀ ਲਾਤੀ ਆ। ਚੁੱਪ ਕਰਕੇ ਜੰਗਲ 'ਚ ਕੀਰਤਨ ਕਰਦੇ ਸਾਂ, ਕਿਤੇ ਪ੍ਰਸ਼ਾਦਾ ਪਾਣੀ ਮਿਲ ਜਾਂਦਾ ਸੀ, ਬਾਬਾ ਔਖਾ ਕਰਤਾ। ਮਹਾਰਾਜ ਮੁਸਕਰਾਏ, ਬਾਬਰ ਬਾਣੀ ਮਹਾਰਾਜ ਦੀ। ਤੋ ਮਹਾਰਾਜ ਸਾਹਿਬ ਜੀ ਕਹਿੰਦੇ ਮਰਦਾਨਿਆ ਕੀ ਹੋਇਆ ਏ, ਕਾਹਤੋਂ ਦਿਲ ਛੱਡਣਾ ਏ? ਕਹਿੰਦੇ ਬਾਬਾ ਦਿਲ ਛੱਡਣਾ ਹੀ ਹੈ, ਘਰ ਦੇ ਤਾਂ ਅੱਗੇ ਆਪਣੇ ਤੋਂ ਤੰਗ ਆ, ਤੇ ਇੱਕ ਇਹਨੇ ਆਪਾਂ ਨੂੰ ਕੈਦ ਵਿੱਚ ਦੇਤਾ। ਹੁਣ ਨਾ ਆਪਣੇ ਕੋਲ ਜੱਜ ਹੈ, ਨਾ ਵਕੀਲ ਹੈ, ਨਾ ਦਲੀਲ ਹੈ, ਤੇ ਨਾ ਅਪੀਲ ਹੈ। ਚੀਜ਼ ਕੋਈ ਵੀ ਨਹੀਂ ਕੋਲੇ, ਤੇ ਕਿੱਦਾਂ ਜੇਲ੍ਹ 'ਚੋਂ ਨਿਕਲਾਂਗੇ? ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਮੈਨੂੰ ਇੱਕ ਗੱਲ ਦੱਸ ਵੀ ਤੂੰ ਮੇਰਾ ਭਰਾ ਏ ਕਿ ਬਾਬਰ ਦਾ ਬੰਦਾ ਏ? ਤੂੰ ਸਰਕਾਰ ਦਾ ਬੰਦਾ ਕਿ ਕਰਤਾਰ ਦਾ ਬੰਦਾ ਏ? ਕਹਿੰਦੇ ਬਾਬਾ ਹੈ ਤੇ ਕਰਤਾਰ ਦਾ ਹੀ ਹੈ। ਤੇ ਕਹਿੰਦੇ ਫਿਰ ਤੂੰ ਗੁਣ ਤੇ ਬਾਬਰ ਦੀ ਸਰਕਾਰ ਦੇ ਗਾਈ ਜਾਂਦਾ, ਤੈਨੂੰ ਭਰੋਸਾ ਨਹੀਂ, ਤੂੰ ਕਿਹਦਾ ਹੈ, ਮੇਰਾ ਹੈ ਕਿ ਉਹਦਾ ਹੈ? ਕਹਿੰਦਾ ਬਾਬਾ ਤੇਰਾ ਹੀ ਹੈ। ਕਹਿੰਦੇ ਫਿਰ ਮੈਂ ਕਿਹਦਾ ਹੈ? ਕਹਿੰਦੇ ਤੂੰ ਕਰਤਾਰ ਹੈ, ਕਰਤਾਰ ਦਾ ਹੈ। ਬਾਬੇ ਨੇ ਆਖਿਆ ਲੈ ਫਿਰ ਹੁਣ ਉਹਦੀ ਸਰਕਾਰ ਤੇ ਮੇਰਾ ਕਰਤਾਰ, ਦੋਵਾਂ ਦਾ ਪਿੜ ਪੈ ਗਿਆ, ਵੇਣੇ ਕਿਹੜਾ ਨਿੱਤਰਦਾ ਏ। ਉੱਥੇ ਮਹਾਰਾਜ ਸਾਹਿਬ ਜੀ ਨੇ ਆਖਿਆ ਮਰਦਾਨਿਆ ਦਿਲ ਨਾ ਛੱਡ, ਕਰਤਾਰ ਨੂੰ ਚੇਤੇ ਕਰ। ਉਸ ਵੇਲੇ ਬਾਬੇ ਦੀ ਰਬਾਬ ਛਿੜੀ ਤੇ ਬਾਬਾ ਬੋਲਿਆ। ਉਸ ਵਕਤ ਸਾਧ ਸੰਗਤ ਜੀ ਬਾਬਰ ਦੀਆਂ ਚੱਕੀਆਂ ਘੁਮਾਤੀਆਂ, ਇੰਨੀ ਤੇਜ਼ ਚੱਲਣ ਤੇ ਉਹ ਵੀ ਫਿਰ ਝੁਕਿਆ ਸੀ, ਕਿਤੇ ਹੱਥ ਵਿਖਾਉਣੇ ਪੈਂਦੇ ਫਕੀਰਾਂ ਨੂੰ। ਤੋ ਇਸ ਕਰਕੇ ਬਾਬਾ ਫਰੀਦ ਸਾਹਿਬ ਦੇ ਸਿਰ ਦੀ ਉੱਚੀ ਟੋਕਰੀ ਜਾਵੇ। ਜਦੋਂ ਉੱਥੋਂ ਦੇ ਰਾਜੇ ਨੇ ਵੇਖਿਆ ਤੇ ਚਰਨ ਚੁੰਮ ਲਏ, ਮਾਫੀ ਮੰਗ ਲਈ, ਤੇ ਇੰਨਾ ਕੁ ਭਾਵਨਾ ਨਾਲ ਪਿਆਰ ਕੀਤਾ ਵੀ ਉਸ ਸ਼ਹਿਰ ਦਾ ਨਾਂ ਹੀ ਬਾਬੇ ਫਰੀਦ ਦੇ ਨਾਂ 'ਤੇ ਰੱਖਤਾ, ਫਰੀਦਕੋਟ। ਅੱਜ ਵੀ ਉੱਥੇ ਉਹ ਲੱਕੜ ਪਈ ਸਾਂਭੀ ਸੀਸੇ 'ਚ, ਜਿਹਨੂੰ ਬਾਬੇ ਫਰੀਦ ਨੇ ਗਾਰੇ ਵਾਲੇ ਹੱਥ ਪੂੰਝੇ ਸੀ। ਇਹ ਕਮਾਈ ਕਰਨ ਵਾਲਿਆਂ ਨੂੰ ਬੜਾ ਕੁਝ ਮਿਲਦਾ। ਰਹਿਰਾਸ ਸਾਹਿਬ ਸ਼ੁਰੂ ਹੁੰਦੀ, ਹਰ ਜੋਗ ਜੋਗ ਭਗਤ ਪਾਇਆ,
ਮਹਾਰਾਜ ਸਾਹਿਬ ਕਹਿੰਦੇ ਕਿਤੇ ਬਹਿ ਕੇ ਤੇ ਵੇਖ ਚੌਂਕੜਾ ਮਾਰ ਕੇ, ਐਵੇਂ ਨਾ ਸਮਝੀ ਵੀ ਉੱਦਾਂ ਹੀ ਸੰਗਤਾਂ ਬਹਿ ਕੇ ਸ਼ਬਦ ਪੜ੍ਹ ਜਾਂਦੀਆਂ। ਇਹਨਾਂ ਦੀ ਕਮਾਈ ਬੜੀ ਵੱਡੀ ਹੈ, ਇਹਨਾਂ ਦਾ ਮੁਰਸ਼ਦ ਵੀ ਬਹੁਤ ਵੱਡਾ ਹੈ। ਆਓ ਆਪਣੇ ਪਿਆਰੇ ਮੁਰਸ਼ਦ ਦੇ ਦਰਸ਼ਨ ਕਰੀਏ। ਚੱਲੀਏ ਰਾਏ ਭੋਏ ਦੀ ਤਲਵੰਡੀ, ਆਖੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਧੰਨ ਸ਼੍ਰੀ ਗੁਰੂ, ਧੰਨ ਸ਼੍ਰੀ ਗੁਰੂ, ਧੰਨ ਸ਼੍ਰੀ ਗੁਰੂ, ਧੰਨ ਸ਼੍ਰੀ ਗੁਰੂ। ਸਤਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਕਹੈ ਪਰਸਪਰ ਲੋਕ ਲੁਗਾਈ। ਧੰਨ ਮੇਰੇ ਬਾਬੇ ਨਾਨਕ ਦੇ ਕੌਤਕ ਵੇਖ ਕੇ ਜਿਨ੍ਹਾਂ ਜਿਨ੍ਹਾਂ ਅੱਖਾਂ ਨੇ ਮੇਰੇ ਸਾਈਂ ਦੇ ਦੀਦਾਰ ਕੀਤੇ, ਅੱਜ ਵੀ ਤਰਸਦੀਆਂ। ਆਖੋ ਸਤਿਨਾਮ ਵਾਹਿਗੁਰੂ। ਧੰਨ ਮੇਰੇ ਗੁਰੂ ਨਾਨਕ ਦੇ ਕੌਤਕ ਵੇਖ ਕਰਕੇ ਸਾਰਿਆਂ ਦੇ ਮੁਖ ਚੋਂ ਇਹੋ ਹੀ ਨਿਕਲਦਾ, ਕਹਿੰਦੇ ਧੰਨ ਮਾਤਾ ਤ੍ਰਿਪਤਾ। ਬੋਲੋ ਜੀ, ਧੰਨ ਮਹਿਤਾ ਕਾਲੂ ਜੀ। ਤੁਹਾਡੇ ਵੱਡੇ ਭਾਗ ਨੇ ਜਿਨ੍ਹਾਂ ਦੇ ਘਰ ਸਾਖਸ਼ਾਤ ਰੱਬ ਆਏ ਹਨ। ਜਿਸ ਆਵਾਸ ਸੁਤ ਅਸ ਉਪਜਿਓ। ਕਹਿੰਦੇ ਇਹਨਾਂ ਦੇ ਘਰ ਦੇ ਵਿੱਚ ਐਸਾ ਭਗਤੀ ਦਾ ਨੂਰ, ਅੱਲਾ ਦਾ ਮੁਰੀਦ, ਖੁਦਾ ਦਾ ਪੁੱਤਰ, ਖੁਦ ਖੁਦਾ ਹੀ। ਭਾਵ ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਹਜ਼ਰਤ ਈਸਾ ਅੱਲਾ ਦਾ ਰਸੂਲ ਹੈ, ਮੁਹੰਮਦ ਸਾਹਿਬ ਅੱਲਾ ਦੇ ਰਸੂਲ ਨੇ, ਪਰ ਕਦੇ ਉਹਨਾਂ ਨੂੰ ਇਹ ਸ਼ਬਦ ਨਹੀਂ ਮਿਲੇ ਕਿ ਖੁਦ ਖੁਦਾ ਨੇ। ਇੱਥੇ ਭਾਈ ਗੁਰਦਾਸ ਕਹਿੰਦੇ ਆਪ ਨਾਰਾਇਣ ਕਲਾ ਧਾਰ ਜਗ ਮੈਂ, ਖੁਦ ਰੱਬ ਹੀ ਨਾਨਕ ਬਣ ਕੇ ਆਏ ਹਨ। ਸਭ ਵਿਦ ਸੁਨਿਹਾਰ ਪਵ ਗਇਓ। ਔਰ ਕਹਿੰਦੇ ਸਾਰੀਆਂ ਵਿਧੀਆਂ ਕਰਕੇ, ਸਾਰੇ ਗੁਣਾ ਕਰਕੇ ਨਿਪੁੰਨ ਹਨ ਮੇਰੇ ਸਤਿਗੁਰੂ। ਸਭ ਸੁਭਾਵਕ ਪ੍ਰੇਮ ਮਨ ਕਰਹਿ ਬਦਨ ਨਿਹਾਰ। ਕਹਿੰਦੇ ਮੇਰੇ ਬਾਬੇ ਨਾਨਕ ਦਾ ਚਿਹਰਾ ਹੀ ਇੰਨਾ ਪਿਆਰਾ ਹੈ, ਸਰੂਪ ਹੀ ਮਹਾਰਾਜ ਦਾ ਇੰਨਾ ਸੋਹਣਾ ਹੈ, ਜਿਹੜਾ ਵੀ ਇੱਕ ਵਾਰੀ ਵੇਖ ਲੈਂਦਾ ਮੋਇਆ ਹੀ ਜਾਂਦਾ ਹੈ। ਆਖੋ ਸਤਿਨਾਮ। ਠੰਡ ਜੀ ਪੈ ਜਾਂਦੀ ਹੈ ਤੇ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ, ਸੱਚੇ ਪਾਤਸ਼ਾਹ ਦੀ ਸੋਏ ਸੁਨੰਦੜੀ ਮੇਰਾ ਨਾਮ ਜਪੰਦੜੀ ਲਾਲੀ, ਪੰਦ ਜਲੰਦੜੀ ਮੇਰਾ ਅੰਦਰ ਠੰਡਾ। ਕਿੰਨਾ ਠੰਡਾ ਪਾਣੀ, ਕੋਲਡ ਡਰਿੰਕ, ਏਸੀ, ਕਿੰਨੀਆਂ ਠੰਡੀਆਂ ਚੀਜ਼ਾਂ ਵਰਤੀਆਂ, ਪਰ ਅੰਦਰ ਤੇ ਨਹੀਂ ਠੰਡਾ ਹੁੰਦਾ। ਅੰਦਰ ਤੇ ਉਹਨਾਂ ਦਾ ਹੀ ਠੰਡਾ ਹੈ ਜਿਹੜੇ ਤਤੀਆਂ ਤਵੀਆਂ ਤੇ ਬਹਿ ਕੇ ਵੀ ਹੱਸਦੇ ਹੈ। ਸਾਈਂ ਮੀਆਂ ਮੀਰ ਰੋ ਰਿਹਾ ਤੇ ਮਹਾਰਾਜ ਕਹਿੰਦੇ ਰੋ ਨਾ, ਵਾਹਿਗੁਰੂ ਜਪ। ਤੇ ਚੰਦੂ ਦੀਵਾਨ ਕਹਿੰਦਾ ਬਾਬਾ ਤੈਨੂੰ ਅਜੇ ਵੀ ਵਾਹਿਗੁਰੂ, ਤੇਰੀ ਆਵਾਜ਼ ਨਹੀਂ ਬੰਦ ਹੋ ਰਹੀ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਇੰਨਾ ਤਸ਼ੱਦਦ ਕਰ ਰਹੇ। ਮਹਾਰਾਜ ਕਹਿੰਦੇ ਸਾਡੇ ਅੰਦਰ ਗੁਰਬਾਣੀ ਦਾ ਝਰਨਾ ਹੈ। ਅੱਜ ਦੁਨੀਆ ਸਾਰੀ ਤਾਂ ਹੀ ਤਪੀ ਪਈ, ਗੁੱਸੇ 'ਚ BP ਵਧੀ ਜਾਂਦੇ ਹੈ, ਦਵਾਈਆਂ ਖਾਈ ਜਾਂਦੇ। ਕਾਰਨ ਕੀ? ਅੰਦਰ ਨਹੀਂ ਠੰਡਾ ਹੋ ਰਿਹਾ। ਸਾਰਿਆਂ ਦੇ ਅੰਦਰ ਤਪੇ ਪਏ ਗਮਾਂ ਚਿੰਤਾ ਦੇ ਨਾਲ। ਜਿਹੜਾ ਸੱਚੇ ਦਿਲੋਂ 2 ਵਾਰੀ ਕਵੇ ਵਾਹਿਗੁਰੂ ਵਾਹਿਗੁਰੂ ਵਾਹਿ, ਉਹਦਾ ਅੰਦਰ ਠਰ ਜਾਂਦਾ ਹੈ। ਜੈਸੇ ਸਜਾਤ ਸਮੁੰਦਰ ਮੈਂ ਸਭ ਸਰਿਤਾ ਕੁਮਾਰ। ਕਹਿੰਦੇ ਜਿੱਦਾਂ ਨਦੀਆਂ ਦੂਰੋਂ ਚੱਲ ਕੇ ਆਉਂਦੀਆਂ ਤੇ ਉਹ ਸਹਿਜ ਸੁਭਾਈ ਸਮੁੰਦਰ ਵੱਲ ਨੂੰ ਆਪੇ ਤੁਰੀਆਂ ਜਾਂਦੀਆਂ, ਇੱਦਾਂ ਕਵੀ ਰਾਜ ਜੀ ਕਹਿੰਦੇ ਮੇਰੇ ਗੁਰੂ ਨਾਨਕ ਨੂੰ ਜਿਹੜਾ ਇੱਕ ਵਾਰੀ ਵੇਖ ਲੈਂਦਾ, ਜਾਣਾ ਤੇ ਆਪਣੇ ਘਰੇ ਹੁੰਦਾ ਤਾਂ ਬਾਬੇ ਦੇ ਘਰੇ ਜਾ ਵੜਦਾ। ਖੁਸਾ ਤਾਂ ਜੇ ਕੋਈ ਸੌਦਾ ਲੈਣ ਚੱਲਿਆ, ਕੋਈ ਪਸ਼ੂ ਚਾਰਨ ਚੱਲਿਆ, ਕੋਈ ਭੈਣ ਭਰਾਵਾਂ ਨੂੰ ਤਲਵੰਡੀ ਦੇ ਵਿੱਚ ਮਿਲਣ ਆਇਆ ਤੇ ਜਾਣਾ ਉਹਨੇ ਕਿਸੇ ਦੇ ਘਰ ਹੈ, ਤੇ ਜੇ ਰਸਤੇ 'ਚ ਗੁਰੂ ਨਾਨਕ ਨਜ਼ਰ ਪੈ ਗਏ, ਕਵੀ ਰਾਜ ਜੀ ਕਹਿੰਦੇ ਉਹਨਾਂ ਨੂੰ ਜਾਣ ਦਾ ਚੇਤਾ ਹੀ ਭੁੱਲ ਜਾਂਦਾ। ਇਹਨੂੰ ਪਿਆਰ ਕਹਿੰਦੇ ਆ ਵੀ ਇੱਕ ਵਾਰੀ ਕਥਾ ਕੀਰਤਨ ਬਾਣੀ ਚੱਲਦੀ ਹੋਵੇ, ਇੰਨਾ ਕੁ ਗਵਾਚ ਜੇ ਉਦੋਂ ਪਤਾ ਲੱਗੇ ਜਦੋਂ ਅਗਲਾ ਕਹੇ ਵੀ ਬੈਠਾ 4 ਵਜੇ ਦਾ ਤੇ ਰਾਤ ਦੇ 8 ਵੱਜ ਗਏ। ਤੇ ਕਈ ਵਾਰੀ ਰਾਤ ਨੂੰ 8 ਵਜੇ ਬਹਿ ਜੇ ਪਾਠ ਕਰਨ ਤੇ ਇੱਦਾਂ ਦਾ ਗਵਾਚ ਜੇ ਵੀ ਸਵੇਰ ਦੇ 2 3 4 ਦਿਨ ਹੀ ਚੜ੍ਹ ਜੇ। ਇਹਨੂੰ ਕਹਿੰਦੇ ਪਿਆਰ। ਆਪਣੇ ਵਾਂਗੂ ਥੋੜ੍ਹਾ 5 ਮਿੰਟ ਪਾਠ ਕਰਕੇ ਫਿਰ ਸੂਈ ਵੱਲੇ
ਫਿਰ ਦੋ ਕਮਾਲਾ ਫਿਰ ਕੇ ਫਿਰ ਸੂਈ ਵੱਲੇ। ਇਹਨੂੰ ਪਿਆਰ ਨਹੀਂ ਕਹਿੰਦੇ। ਬਾਬਾ ਬੁੱਲੇ ਸ਼ਾਹ ਕਹਿੰਦੇ ਮੈਂ ਲਾਹੌਰ 'ਚ ਦੁੱਧ ਲੈਣ ਗਿਆ, ਕਹਿੰਦੇ ਉੱਥੇ ਇੱਕ ਬੱਚੀ ਦੁੱਧ ਪਈ ਵੇਚੇ, ਅਤੇ ਮੈਂ ਵੀ ਕਤਾਰ ਵਿੱਚ ਖੜ੍ਹਾ ਹੋ ਗਿਆ ਅਤੇ ਮੇਰੀ ਵਾਰੀ ਆਈ ਅਤੇ ਮੇਰੇ ਤੋਂ ਅੱਗੇ ਇੱਕ ਸੋਹਣਾ ਗੱਭਰੂ ਜਵਾਨ ਬੱਚਾ, ਕਹਿੰਦੇ ਉਹਨੇ ਇੱਦਾਂ ਮੁੱਠ ਬੰਦ ਕਰਕੇ ਪੈਸੇ ਦਿੱਤੇ ਅਤੇ ਉਸ ਬੱਚੀ ਨੇ ਮੁੱਠ ਬੰਦ ਕਰਕੇ ਪੈਸੇ ਪਕੜੇ ਅਤੇ ਆਪਣੇ ਗੱਲੇ ਦੇ ਵਿੱਚ ਰੱਖੇ ਅਤੇ ਉਹ ਇੱਕ ਦੂਜੇ ਨੂੰ ਵੇਖ ਰਹੇ ਸੀ। ਨੈਗੇਟਿਵ ਨਹੀਂ ਲੈਣਾ। ਕਹਿੰਦੇ ਵੇਂਦਿਆਂ ਵੇਂਦਿਆਂ ਉਹ ਦੁੱਧ ਪਾਈ ਜਾਵੇ, ਉਹ ਵੇਖੀ ਜਾਵੇ, ਪਾਉਂਦਿਆਂ ਪਾਉਂਦਿਆਂ ਦੁੱਧ ਉਹਦਾ ਸਾਰਾ ਭਾਂਡਾ ਭਰ ਗਿਆ, ਦੁੱਧ ਥੱਲੇ ਡੁੱਲਣ ਲੱਗ ਪਿਆ। ਅਤੇ ਉਹ ਕਿਸੇ ਫਕੀਰ ਦੀ ਆਵਾਜ਼ ਸੀ, ਕਹਿੰਦੇ ਦੁੱਧ ਗਿਆ। ਉਹ ਜਦੋਂ ਵੇਖਿਆ ਅਤੇ ਫਿਰ ਬਾਬਾ ਬੁੱਲੇ ਸ਼ਾਹ ਕਹਿੰਦੇ ਮੇਰੀ ਵਾਰੀ ਆਈ। ਪਿਆਰ ਦੀ ਕਥਾ। ਹੁਣ ਕਿੱਥੇ ਇਹ ਗੱਲਾਂ ਜੀ, ਹੁਣ ਤਾਂ ਕਾਲੇ ਹੀ ਆ ਸਾਰੇ। ਕਈ ਅਰਦਾਸ ਕਰਾਉਣ ਆਉਣਗੇ ਨਾ, ਮੰਨ ਲਓ ਵੀ ਕਿਤੇ ਭਾਈ ਵਿਚਾਰਾ ਪ੍ਰਸ਼ਾਦਾ ਛਕਦਾ ਜਾਂ ਕਿਤੇ ਆਸੇ ਪਾਸੇ ਹੈ, ਅਤੇ ਫਿਰ ਕੀ ਗੁਰੂ ਸਾਹਿਬ ਕੋਲ ਬੈਠੇ ਹੈ, 15 ਮਿੰਟ ਬਹਿ ਜਾਓ, ਉਹ ਤਾਂ 5 ਮਿੰਟਾਂ 'ਚ ਪਰਲੋ ਆ ਜਾਂਦੀ। ਤੂੰ ਗਿਆ ਕਿੱਥੇ, ਤੈਨੂੰ ਨਹੀਂ ਪਤਾ ਇੱਥੇ ਰਹਿਣਾ? ਭਲਿਆ ਤੇਰਾ ਮਾਂ ਪਿਓ ਹੈ, ਕਿਤੇ ਗੁਰੂ ਘਰ ਬੈਠਾ, ਹਸਪਤਾਲ 'ਚ ਥੋੜ੍ਹਾ ਬੈਠਾ ਹੈ। ਫਿਰ ਕੀ ਹੋ ਗਿਆ, 15 ਮਿੰਟ ਆਪਣੇ ਪਿਆਰੇ ਕੋਲ ਬੈਠਾ। ਇੱਥੋਂ ਤੱਕ ਦੁਨੀਆ ਕਾਹਲੀ ਹੈ ਵੀ ਹਾਂ ਜਦੋਂ ਮੈਂ ਅੰਦਰ ਆਵਾਂ ਅਤੇ ਮੇਰੇ ਆਉਂਦਿਆਂ ਨੂੰ ਅਗਲਾ ਇੱਦਾਂ ਖੜੋਤਾ ਹੋਣਾ ਚਾਹੀਦਾ ਵੀ ਦੱਸੋ ਕੀ ਕਰਾਂ। ਇੰਨੀ ਕਾਹਲੀ ਨਹੀਂ ਚੱਲਣੀ ਇੱਥੇ। ਮਹਾਰਾਜ ਜੀ ਕਹਿੰਦੇ ਰਸਨਾ ਗੁਣ ਗੋਪਾਲ ਨਿਤ ਗਾਇਣ। ਅਤੇ ਮਹਾਰਾਜ ਅੱਗੇ ਕੀ ਕਹਿੰਦੇ ਹੈ, ਸੂਖ ਸ਼ਾਂਤ ਸਹਿਜ ਮਨ ਉਪਜਿਓ। ਰਹਿਸ ਮਨ ਉਪਜਿਓ। ਕਹਿੰਦੇ ਇੰਨੇ ਗੁਣ ਆ ਜਾਂਦੇ ਜਦੋਂ ਕੋਈ ਜ਼ੁਬਾਨ ਨਾਲ ਨਾਮ ਜਪਦਾ, ਉਹਦੇ ਅੰਦਰ ਕੀ ਆਉਂਦਾ, ਸੱਚ, ਸੁੱਖ ਅਤੇ ਸਹਿਜ। ਅਤੇ ਜਿਹਦੇ ਕੋਲ ਨਾਮ ਨਹੀਂ ਉਹ ਤਾਂ ਕਾਲਾ ਪਵੇਗਾ। ਇੱਕ ਵਾਰੀ ਆਖੋ ਧੰਨ ਗੁਰੂ ਨਾਨਕ ਦੇਵ ਮਹਾਰਾਜ। ਸੱਚੇ ਪਾਤਸ਼ਾਹ ਕਿਰਪਾ ਕਰਨ। ਫਕੀਰ ਬੁੱਲੇ ਸ਼ਾਹ ਨੇ ਪੁੱਛਿਆ, ਕਹਿੰਦੇ ਬੇਟਾ ਇੱਕ ਗੱਲ ਪੁੱਛਾਂ ਧੀਏ? ਕਹਿੰਦੀ ਪੁੱਛੋ ਫਕੀਰ ਜੀ। ਕਹਿੰਦਾ ਮੈਂ 15 ਮਿੰਟ ਦਾ ਲਾਈਨ ਵਿੱਚ ਲੱਗਾ ਕਤਾਰ ਵਿੱਚ, ਅਤੇ ਤੂੰ ਜਿੰਨੇ ਕੋਈ ਪੈਸੇ ਦਿੰਦਾ ਉਨਾ ਹੀ ਲੋਟਾ ਦੁੱਧ ਦਾ ਪਾਉਣੀ ਹੈ। ਇਹ ਕੌਣ ਸੀ ਜਿਹਦੇ ਵੱਲ ਵੇਂਦਿਆਂ ਵੇਂਦਿਆਂ ਭਾਂਡਾ ਵੀ ਭਰ ਕੇ ਥੱਲੇ ਦੁੱਧ ਡੁੱਲਣ ਲੱਗ ਪਿਆ? ਕਹਿਣ ਲੱਗੀ ਫਕੀਰ ਸਾਈਂ ਇਹ ਮੇਰਾ ਖਵੰਦ ਹੈ, ਮੇਰਾ ਸ਼ੌਹਰ ਹੈ, ਇਹਦੇ ਨਾਲ ਮੇਰੀ ਮੰਗਣੀ ਹੋਈ ਹੈ, ਕੁਝ ਸਮੇਂ 'ਚ ਸਾਡਾ ਵਿਆਹ ਹੈ। ਫਕੀਰ ਸਾਈਂ ਦਾ ਡੋਲੂ ਡਿੱਗ ਪਿਆ, ਸੁੱਟ ਕੇ ਡੋਲੂ ਮੁੜ ਪਿਆ। ਕਹਿੰਦੀ ਜੀ ਕੀ ਹੋਇਆ? ਕਹਿੰਦਾ ਪੁੱਤ ਤੇਰੀ ਇਸ ਘਟਨਾ ਨੇ ਮੈਨੂੰ ਬੜਾ ਸ਼ਰਮਿੰਦਿਆਂ ਕੀਤਾ। ਕਹਿੰਦੇ ਸਾਈਂ ਹੋਇਆ ਕੀ ਹੈ? ਕਹਿੰਦਾ ਇਹਨੂੰ ਤੇ ਪਿਆਰ ਕਹਿੰਦੇ ਆ, ਮੈਂ ਤੇ ਵਪਾਰ ਹੀ ਕਰਦਾ ਰਿਹਾ। ਕਹਿੰਦੇ ਉਹ ਕਿੱਦਾਂ? ਕਹਿੰਦੇ ਪੁੱਤ ਤੂੰ ਪਿਆਰ ਦੇ ਵਿੱਚ ਭਾਂਡਾ ਭੁੱਲ ਗਈ, ਮਿੰਤੀ ਭੁੱਲ ਗਈ, ਪੈਸੇ ਭੁੱਲ ਗਈ। ਮੈਂ ਤੇ ਮਾਲਾ ਦੇ ਮਣਕੇ ਵੀ ਗਿਣ ਗਿਣ ਕੇ ਕਰਦਾ ਵੀ ਇੰਨੇ ਅੱਜ ਪੜ੍ਹ ਲਿਆ। ਫਿਰ ਉਹਨਾਂ ਦਾ ਕਲਾਮ ਹੈ, ਕਹਿੰਦੇ ਬੁੱਲਿਆ ਮਾਲਾ ਫਿਰੀ ਪਰ ਦਿਲ ਨਹੀਂ। ਮਾਲਾ ਫਿਰੀ ਪਰ ਕੀ ਲੈਣਾ ਮਾਲਾ, ਫੜ ਕੇ ਜਾਗ ਬਿਨਾ ਦੁੱਧ ਕਦੇ ਨਹੀਂ ਜੰਮਦੇ। ਭਾਵੇਂ ਲਾਲ ਹੋਣ ਪਤੀਲਾ ਚੜ੍ਹਾ ਦਿਓ ਚੁੱਲ੍ਹੇ 'ਤੇ, ਸੁੱਕ 'ਤੇ ਜਾਊ, ਕੜ ਕੜ ਕੇ ਦਹੀਂ ਨਹੀਂ ਬਣੂਗਾ ਜਿੰਨਾ ਚਿਰ ਉਹਨੂੰ ਜਾਗ ਨਹੀਂ ਲੱਗਦੀ। ਕਹਿੰਦੇ ਭਾਵੇਂ ਸਾਰੀ ਜ਼ਿੰਦਗੀ ਗੁਰਦੁਆਰੇ ਆਈ ਜਾ, ਜਿੰਨਾ ਮਰਜ਼ੀ ਪਾਠ ਕਰੀ ਜਾ, ਮਾਲਾ ਫੇਰੀ ਜਾ, ਜੇ ਤੈਨੂੰ ਜਾਗ ਨਹੀਂ ਲੱਗੀ ਤਾਂ ਮਾਫੀ ਮੰਗ ਕੇ ਕਹਿੰਦਾ ਕਈਆਂ ਨੂੰ 50-50 ਸਾਲ ਹੋ ਗਏ ਹੈ, ਅਜੇ ਵੀ ਉੱਦਾਂ ਦੇ ਹੀ ਆ। ਕੋਈ ਫਰਕ ਨਹੀਂ ਪਿਆ। ਕਥਾ ਕੀਰਤਨ ਸਿਮਰਨਾ ਅੱਜ ਵੀ ਉਹੋ ਹੀ ਈਰਖਾ, ਉਹੋ ਹੀ ਗੁੱਸਾ, ਉਹੋ ਹੀ ਸੁਭਾਅ। ਅਤੇ ਜੇ ਬੰਦਗੀ ਵਾਲੇ ਦਾ ਵੀ ਉਹ ਅਤੇ ਦੂਜੇ ਦਾ, ਅਤੇ ਫਿਰ ਖੱਟਿਆ ਕੀ? ਮਾਰੇ ਕਹਿੰਦੇ ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਮੇਰੇ ਪਾਤਸ਼ਾਹ ਕਿਰਪਾ ਕਰਨ। ਕਹਿੰਦੇ ਵਾਹ ਅੱਜ ਜਾਗ ਆਈ, ਗਿਣਤੀ ਮਿੰਤੀ ਨਹੀਂ ਕਰਨੀ ਪਿਆਰ 'ਚ। ਆਪਾਂ ਬਚਨ ਕਰ ਰਹੇ ਸੀ ਪ੍ਰੇਮ ਦਾ। ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦਾ ਚਿਹਰਾ ਜਦੋਂ ਰਾਹੀ ਵੇਂਦੇ ਨਾ ਰਾਹਗੀਰ, ਇੰਨਾ ਕੁ ਸੋਹਣਾ ਲੱਗਦਾ। ਜਾਣਾ ਕਿਸੇ ਦੇ ਘਰ ਹੁੰਦਾ, ਪ੍ਰਾਹੁਣੇ ਕਿਸੇ ਦੇ ਹੁੰਦੇ, ਅਤੇ ਚਲੇ ਮਾਤਾ ਤ੍ਰਿਪਤਾ ਦੇ ਘਰ ਜਾਂਦੇ। ਆਖੋ ਵਾਹਿਗੁਰੂ। ਇੱਦਾਂ ਹੁੰਦਾ ਕਿ ਵੀ ਰਸਤੇ 'ਚ ਕੋਈ ਭੈਣ ਭਰਾ ਇੱਦਾਂ ਦਾ ਮਿਲ ਪੈਂਦਾ, ਉਹਦੇ ਨਾਲ ਪਿਆਰ ਪੈ ਜੇ ਨਾ ਟ੍ਰੇਨ 'ਚ ਜਾਂ ਪਲੇਨ 'ਚ, ਅਤੇ ਵਾਕਈ ਕਈ ਰੂਹਾਂ ਇੱਦਾਂ ਦੀਆਂ ਹੁੰਦੀਆਂ। ਜਾਣਾ ਆਪਾਂ ਕਿਤੇ ਹੋਰ ਹੁੰਦਾ, ਪਰ ਉਹ ਰੂਹਾਂ ਕਹਿੰਦੀਆਂ ਚਲੋ ਤੁਹਾਡਾ ਸਟੇ ਇੱਥੇ ਹੈ, ਪਰ ਆਓ ਆਪਾਂ ਆਪਣੇ ਘਰ 2 ਰਾਤਾਂ ਰਹਿੰਦੇ। ਕਈ ਵਾਰੀ ਬਾਹਰ ਇੱਦਾਂ ਦੀ ਘਟਨਾ ਘਟ ਜਾਂਦੀ ਹੈ। ਇਸ ਕਰਕੇ ਮਹਾਰਾਜ ਸੁਖਮਨੀ ਸਾਹਿਬ 'ਚ ਵੀ ਕਹਿੰਦੇ ਹੈ ਕਿ ਮੇਰਾ ਪੁੱਤ ਮੇਰੀ ਧੀ ਇੱਦਾਂ ਦੀ ਹੋਵੇ, ਰਸਤੇ 'ਚ ਤੁਰਿਆ ਜਾਂਦਾ ਵੀ 5-7 ਨੂੰ ਸਿੱਖ ਬਣਾ ਜੇ। ਅਤੇ ਮੈਨੂੰ ਤਾਂ ਲੱਗਦਾ ਵੀ ਆਪਾਂ ਤਾਂ ਇੱਦਾਂ ਦੇ ਵੀ ਤੁਰੇ ਜਾਂਦੇ 5-7 ਨੂੰ ਆਗੂ ਸਿੱਖੀ ਤੋਂ ਤੋੜ ਜਾਣਾ। ਆਪਾਂ ਕਰਤੂਤ ਹੀ ਇੱਦਾਂ ਦੀ ਕਰਨੀ, ਅਗਲੇ ਕਹਿਣਾ ਵੀ ਇਹਨਾਂ ਦਾ ਇਹ ਹਾਲ ਆ ਅਤੇ ਦੂਜੇ ਕੀ ਕਰਨਗੇ।
ਇੱਦਾਂ ਹੀ ਕਹਿੰਦੇ ਨਾ ਅਗਲੇ, ਲੈ ਇੰਨੀ ਬਾਣੀ ਪੜ੍ਹਦੇ ਕੋਲੇ ਰਹਿ ਕੇ ਇੱਦਾਂ ਦੇ ਤੇ ਦੂਜਿਆਂ ਕਿੱਦਾਂ ਦੇ ਹੋਣਾ। ਮੇਰੇ ਪਾਤਸ਼ਾਹ ਕਹਿੰਦੇ ਜਾਣੇ ਆਵਣ ਕਾ ਜਨ ਕੈ ਸੰਗ ਚੇਤਾਵੇ ਨਾਓ। ਮੇਰੀਆਂ ਧੀਆਂ ਪੁੱਤ ਇੰਨੀ ਕੁ ਬੰਦਗੀ ਵਿੱਚ ਗੁੱਝੇ ਹੋਣ, ਉਹਨਾਂ ਦੀ ਰਹਿਣੀ ਬਹਿਣੀ ਪੱਗ ਦਸਤਾਰ ਕਹਿਣੀ ਵੇਖ ਕੇ ਕੋਈ ਕਵੇ ਤੇਰਾ ਗੁਰੂ ਕੌਣ ਹੈ, ਠੰਡ ਪੈ ਜਾਂਦੀ ਹੈ। ਤੋ ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਮੇਰੇ ਬਾਬੇ ਨਾਨਕ ਦਾ ਚਿਹਰਾ ਵੇਖ ਕੇ ਜਿੱਦਾਂ ਨਦੀਆਂ ਆਪੇ ਚੱਲਦੀਆਂ ਏ ਤੇ ਸਿੱਧੀਆਂ ਸਮੁੰਦਰ ਵਿੱਚ ਡਿੱਗਦੀਆਂ। ਇੱਥੇ ਭਾਈ ਵੀਰ ਸਿੰਘ ਦੇ ਬਚਨ ਨੇ। ਉਹ ਕਿਤੇ ਗਏ ਬਾਪੂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਨੂੰ, ਤੇ ਉਸ ਵੇਲੇ ਜਮਨਾ ਦੇ ਵਿੱਚ ਇਸ਼ਨਾਨ ਕੀਤਾ ਉਹਨਾਂ ਨੇ ਸਵੇਰੇ 2:30 ਵਜੇ। ਜਦੋਂ ਇਸ਼ਨਾਨ ਕੀਤਾ ਤੇ ਬੜੀ ਤੇਜ਼ੀ ਨਾਲ ਜਮਨਾ ਵਹਿ ਰਹੀ ਹੈ, ਤੇ ਉਹਨਾਂ ਨੇ ਸਵਾਲ ਪੁੱਛਿਆ, ਕਹਿੰਦੇ ਨਹੀਂ ਜਮਨਾ ਤੂੰ ਸੌਂਦੀ ਨਹੀਂ ਰਾਤ ਨੂੰ? ਆਖੋ ਵਾਹਿਗੁਰੂ। ਉਧਰ ਨਾ ਧਿਆਨ ਦਿਓ, ਆਪਣੇ ਵਾਸਤੇ ਆਏ, ਆਖੋ ਸਤਿਨਾਮ। ਆਪਾਂ ਨੂੰ ਦੇਣੇ ਹੈ ਇੱਧਰ ਰਸ ਪਹਿਲੋਂ ਆ ਤੇ ਪ੍ਰਾਪਤ ਕਰੀਏ, ਉਹ ਬਾਅਦ 'ਚ ਉਹ ਜਵਾਬ ਦਾ ਹੈ। ਤੋ ਇਸ ਕਰਕੇ ਕਹਿੰਦੇ ਨਹੀਂ ਜਮਨਾ ਤੂੰ ਸੌਂਦੀ ਨਹੀਂ ਰਾਤ ਨੂੰ? ਸਾਰੇ ਪਸ਼ੂ ਪੰਛੀ ਪਰੰਦੇ ਸੌਂ ਜਾਂਦੇ ਹੈ। ਤੇ ਉਸ ਜਮਨਾ ਨੇ ਆਵਾਜ਼ ਦਿੱਤੀ, ਕਹਿੰਦੀ ਸਿੰਘਾ ਤੂੰ ਕਾਹਤੋਂ ਨਹੀਂ ਸੌਂਦਾ? ਸਾਰੇ ਲੋਕ ਸੁੱਤੇ, ਤੈਨੂੰ 2:30 ਵਜੇ ਕੀ ਇਸ਼ਨਾਨ ਕਰੀ ਜਾਂਦਾ, ਦਿਨ ਨਹੀਂ ਚੜ੍ਹਨਾ? ਕਹਿੰਦੇ ਜਮਨਾ ਮੇਰਾ ਗੁਰੂ ਗੋਬਿੰਦ ਸਿੰਘ ਕਹਿੰਦਾ ਸੀ ਤੂੰ ਨੇਮ ਨਾ ਤੋੜੀ, ਮੈਂ ਆਪਣਾ ਪਿਆਰ ਨਹੀਂ ਤੋੜਦਾ। ਤੂੰ ਅੰਮ੍ਰਿਤ ਵੇਲਾ ਨਾ ਤਿਆਗੀ ਤੇ ਮੈਂ ਤੈਨੂੰ ਨਹੀਂ ਤਿਆਗਦਾ। ਤੇ ਜਮਨਾ ਵੀ ਅੱਗੋਂ ਕਹਿੰਦੀ ਫਿਰ ਆਪਣੀ ਤੇ ਸੁਣਾਈ ਜਾਂਦਾ, ਮੇਰੀ ਵੀ ਸੁਣ। ਮੈਂ ਰਾਤ ਨੂੰ ਤਾਂ ਨਹੀਂ ਸੌਂਦੀ ਕਿ ਮੈਂ ਨਿਕਲੀ ਪਹਾੜਾਂ 'ਚੋਂ ਆ ਤੇ ਪਹੁੰਚਣਾ ਸਮੁੰਦਰ ਕੋਲੇ ਹੈ, ਤੇ ਮੈਨੂੰ ਡਰ ਹੈ ਵੀ ਕਿਤੇ ਰਾਹ 'ਚ ਹੀ ਨਾ ਸੁੱਕ ਜਾ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ, ਨੇਹੋ ਵਾਲੇ ਨੈਣਾ ਦੀ ਨੀਂਦਰ ਦਿਨੇ ਰਾਤ ਪਏ। ਇਸ ਕਰਕੇ ਕਵੀ ਜੀ ਕਹਿੰਦੇ ਜਿਹੜੀਆਂ ਨਦੀਆਂ ਉਹਨਾਂ ਦਾ ਸੁਭਾਅ ਹੈ, ਉਹਨਾਂ ਨੇ ਚੁੱਪਚਾਪ ਹੀ ਸਮੁੰਦਰ ਵਿੱਚ ਚਲੀਆਂ ਜਾਣਾ। ਇੱਦਾਂ ਹੀ ਮੇਰੇ ਬਾਬੇ ਨਾਨਕ ਨੂੰ ਜਿਹੜਾ ਵੀ ਪ੍ਰੇਮ ਨਾਲ ਦੇਖਦਾ ਹੈ, ਮੇਰੇ ਸਤਿਗੁਰੂ ਦੇ ਘਰ ਚਲਾ ਜਾਂਦਾ ਹੈ। ਕਹਿੰਦੇ ਜਿਹੜੀ ਸੰਗਤ ਹੈ ਨਾ ਰਾਏ ਭੋਏ ਦੀ ਤਲਵੰਡੀ ਦੀ, ਆਖੋ ਸਤਿਨਾਮ, ਇਹ ਰੱਖੋ ਸਤਿਨਾਮ। ਕਹਿੰਦੇ ਉਹ ਸੰਗਤਾਂ ਇੱਦਾਂ ਹਨ ਜਿਵੇਂ ਚਕੋਰਾਂ ਨੇ। ਹਾਂਜੀ। ਚੰਦਰ ਬਦਨ ਦ੍ਰਿਸ਼ ਆਨੰਦ ਕੰਦਾ। ਕਹਿੰਦੇ ਹਨ ਜਿੱਦਾਂ ਚਕੋਰ ਚੰਦਰਮਾ ਨੂੰ ਵੇਖ ਕੇ ਸੁੱਖ ਪਾਉਂਦੀ ਹੈ, ਰਾਏ ਭੋਏ ਦੀ ਤਲਵੰਡੀ ਦੀਆਂ ਰੂਹਾਂ ਇੱਦਾਂ ਦੀਆਂ, ਜਿੰਨਾ ਚਿਰ ਗੁਰੂ ਨਾਨਕ ਦੇ ਦਰਸ਼ਨ ਨਾ ਕਰ ਲੈਣ ਉਹਨਾਂ ਚਿਰ ਦਿਨ ਹੀ ਨਹੀਂ ਚੰਗਾ ਲੰਘਦਾ। ਅੱਜ ਵੀ ਕਈ ਸੰਗਤਾਂ ਅੰਮ੍ਰਿਤ ਵੇਲੇ ਦੇ ਅਭਿਆਸੀ ਹੈ, ਤੇ ਉਹ ਕਹਿੰਦੇ ਅੱਜ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਟੁੱਟ ਗਿਆ, ਸਾਰਾ ਦਿਨ ਇੱਦਾਂ ਲੰਘਿਆ ਜਿਵੇਂ ਕੋਈ ਲੁੱਟ ਕੇ ਲੈ ਗਿਆ ਹੋਵੇ। ਅੱਜ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਨਹੀਂ ਗਿਆ, ਸਾਰਾ ਦਿਨ ਇੱਦਾਂ ਲੰਘਿਆ ਜਿਵੇਂ ਬਿਮਾਰ ਹੋ ਗਏ ਆ। ਇਹ ਘਟਨਾ ਅਭਿਆਸੀਆਂ ਨਾਲ ਵਾਪਰਦੀ ਹੈ। ਜੇ ਨਹੀਂ ਤੇ ਬਾਬੇ ਫਰੀਦ ਨੂੰ ਪੁੱਛੀਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਮੈਂ ਇੱਕ ਦਿਨ ਮੇਰੇ ਤੋਂ ਨਮਾਜ਼ ਨਹੀਂ ਪੜ੍ਹੀ ਗਈ, ਮੈਂ ਠੀਕ ਨਹੀਂ ਸੀ। ਉਹ ਕਹਿੰਦੇ ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਤੇ ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਆਏ। ਬਾਬਾ ਫਰੀਦ ਕਹਿੰਦੇ ਮੇਰੇ ਤੋਂ ਇੱਕ ਦਿਨ ਨਮਾਜ਼ ਨਹੀਂ ਪੜ੍ਹੀ ਤੇ ਸਾਰੀ ਰਾਤ ਮੇਰੀ ਰੋਂਦੇ ਦੀ ਲੰਘੀ। ਤੇ ਕਹਿੰਦੇ ਉਹਨਾਂ ਰੂਹਾਂ ਦਾ ਕੀ ਬਣੂ ਜਿਨ੍ਹਾਂ ਨੇ ਕਦੇ ਉੱਦਾਂ ਹੀ ਨਹੀਂ ਪੜ੍ਹੀ। ਹੁਣ ਜਿਹੜਾ ਬੰਦਗੀ ਵਾਲਾ ਉਹਦਾ ਨਿਤਨੇਮ ਜਾਂ ਅੰਮ੍ਰਿਤ ਵੇਲਾ, ਉਹ ਤਾਂ ਵਿਚਾਰਾ ਕਹਿੰਦਾ ਅੱਜ ਮੈਂ ਲੁੱਟਿਆ ਗਿਆ। ਤੇ ਜਿਨ੍ਹਾਂ ਨੂੰ ਕਦੇ ਇਹੋ ਜਿਹੀ ਕਿਰਪਾ ਮਿਲੀ ਨਹੀਂ, ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਬਾਣੀ ਕੀ, ਅੰਮ੍ਰਿਤ ਵੇਲਾ ਕੀ ਹੁੰਦਾ। ਖਾ ਲਿਆ ਪੀ ਲਿਆ, ਹੱਸ ਲਿਆ ਤੇ ਬਾਜ਼ਾਰਾਂ 'ਚ ਫਿਰ ਲਿਆ। ਬਾਬਾ ਫਰੀਦ ਸਾਹਿਬ ਕਹਿੰਦੇ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ। ਆਪਣੇ ਮਨ ਨੂੰ ਕਹਿੰਦੇ ਇਹ ਮਨਾ ਕੁੱਤਿਆ। ਕੁੱਤਾ ਪਤਾ ਕਿਉਂ ਆਖਿਆ? ਜਿਹੜਾ ਕੁੱਤਾ ਵਾਰਾ ਹੁੰਦਾ ਨਾ, ਉਹ ਇੱਕ ਦਿਨ 'ਚ 25-30 ਪਿੰਡ ਫੇਰ ਆਉਂਦਾ, ਤੇ ਪਿਆਲੀਆਂ ਪਿਉਲੀਆਂ ਵੀ ਚੱਟ ਆਉਂਦਾ ਵਿਆਹਾਂ ਵਾਲੇ ਘਰਾਂ ਦੇ ਵਿੱਚ। ਤਾਂ ਕਰਕੇ ਉਹਨਾਂ ਆਪਣੇ ਮਨ ਨੂੰ ਕਿਹਾ ਬੇਨਵਾਜਾ ਕੁੱਤਿਆ, ਇਹ ਮੇਰੇ ਮਨਾ ਕੁੱਤੇ ਦੀ ਨਿਆਈ, ਕਿੰਨੇ ਕੁ ਪਤੀਲੇ ਹੋਰ ਚਟਨੇ, ਕਿੰਨੇ ਕੁ ਥਾਵਾਂ 'ਤੇ ਭੜਕਦਾ ਫਿਰਦਾ ਏ, ਕਬ ਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਕਹਿੰਦੇ ਕਿਤੇ ਆ ਜਾਇਆ ਕਰ। ਪਹਿਲੀ ਗੱਲ ਤੇ ਤੂੰ ਆਉਂਦਾ ਨਹੀਂ, ਜੇ ਕਿਤੇ ਸਰੀਰ ਲੈ ਕੇ ਆਉਂਦਾ ਗੁਰਦੁਆਰੇ, ਸਰੀਰ ਇੱਦਾਂ ਬਹਿ ਜਾਂਦਾ ਤੇ ਇਹ ਜਿਹੜਾ ਵਿੱਚ ਮਨ ਕੁੱਤੇ ਰੂਪੀ ਹੈ ਇਹ ਫੇਰ ਨਿਕਲ ਜਾਂਦਾ ਘੁੰਮਣ।
ਬੌਡੀ ਇੱਥੇ ਬੈਠੀ ਰਹਿੰਦੀ ਨੀਵੀਂ ਪਾ ਕੇ, ਪਤਾ ਨਹੀਂ ਕਿੱਥੇ ਤੁਰਿਆ ਫਿਰਦਾ, ਕਿਹੜੇ ਬਾਜ਼ਾਰ ਵੇਂਦਾ ਫਿਰਦਾ, ਕਿਹੜੀਆਂ ਸੋਚਾਂ 'ਚ ਡੁੱਬਾ ਹੈ। ਤੋ ਬਾਬਾ ਫਰੀਦ ਸਾਹਿਬ ਸੰਬੋਧਨ ਕਰਕੇ ਕਹਿੰਦੇ, ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬ ਹੀ ਚਾਲ ਨਾ ਆਇਓ ਪੰਜੇ। ਕਿਤੇ ਤੇ ਆ ਜਾ ਕਰ, ਕਿਤੇ ਮਹਾਰਾਜ ਸਾਈਂ ਦੀ ਯਾਦ ਵਿੱਚ ਬਹਿ ਜਾ ਕਰ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਬੜੇ ਸੋਹਣੇ ਹਨ, ਜਿੱਦਾਂ ਚਕੋਰ ਚੰਦਰਮਾ ਨੂੰ ਵੇਖ ਕੇ ਸੁੱਖ ਪਾਉਂਦੀ ਹੈ, ਜਿਹੜੇ ਪ੍ਰੇਮੀ ਮਹਾਰਾਜ ਨੂੰ ਵੇਖ ਕੇ ਉਹਨਾਂ ਦਾ ਦਿਨ ਲੰਘਦਾ ਹੈ। ਔਰ ਕਹਿੰਦੇ ਮਹਾਰਾਜ ਦੇ ਮੁਖੜੇ ਦਾ ਨੂਰ ਬੜਾ ਹੈ, ਖਿੜਿਆ ਹੀ ਰਹਿੰਦਾ ਚਿਹਰਾ, ਤੇ ਖਿੜੀ ਹੋਈ ਚੀਜ਼ ਹਰ ਕਿਸੇ ਨੂੰ ਸੋਹਣੀ ਲੱਗਦੀ ਹੈ। ਮੁਰਝਾਇਆਂ ਫੁੱਲਾਂ ਦੇ ਵਪਾਰੀ ਕੋਈ ਨਹੀਂ ਸੰਗਤੇ, ਹੱਸਦਿਆਂ ਦੇ ਘਰ। ਜੇ ਇੱਥੇ ਹੱਸੋਗੇ ਤੇ ਕੋਈ ਤੁਹਾਨੂੰ ਮਿਲਣ ਗਿਲਣ ਆ ਜਾਊਗਾ, ਨਹੀਂ ਤੇ ਚੁੱਪ ਕੀਤਿਆਂ ਦਾ ਤੇ ਬਾਬਾ ਨਾਨਕ ਹੀ ਹੈ। ਜਿਹੜੇ ਵਿਰਹੋ ਦੇ ਵਿੱਚ ਚੁੱਪ ਕਰ ਗਏ ਉਹਨਾਂ ਨੂੰ ਦੁਨੀਆਦਾਰੀ ਘੱਟ ਹੀ ਬੁਲਾਉਂਦੀ ਹੈ। ਹੱਸਦਿਆਂ ਦੇ ਲੋਕ ਨੇ। ਚਲਦੀ ਦਾ ਨਾਂ ਗਾੜੀ ਹੈ, ਤੇ ਗਾੜੀ ਚਲਦੀ ਹੋਵੇ ਤੇ ਸਾਰੇ ਚੜ੍ਹ ਜਾਂਦੇ, ਖੜੋਜੇ ਸਾਰੇ ਉਤਰ ਜਾਂਦੇ। ਇਸ ਕਰਕੇ ਜੇ ਸਿਮਰਨ ਦੀ ਗੱਡੀ ਚੱਲਦੀ ਰੱਖੋਗੇ ਤੇ ਗੁਰੂ ਨਾਨਕ ਕਹਿੰਦੇ ਤੁਹਾਡੇ ਆਨੰਦ ਸਵਾਰ ਰਹੇਗਾ। ਜੇ ਸਿਮਰਨ ਦੀ ਗੱਡੀ ਖੜੋਗੀ ਤੁਹਾਡੇ ਚੋਂ ਬਰਕਤਾਂ ਭੱਜ ਜਾਣਗੀਆਂ ਉਤਰ ਕੇ। ਕਹਿੰਦੇ ਜਿੱਦਾਂ ਘੰਡੇ ਹੇੜੇ ਦਾ ਸਾਜ਼ ਵੱਜਦਾ ਹੈ। ਕਹਿੰਦੇ ਜਿਹੜਾ ਹਿਰਨ ਹੁੰਦਾ ਨਾ ਮਿਰਗ, ਉਹਨੂੰ ਜਦੋਂ ਸ਼ਿਕਾਰੀ ਪਕੜਦਾ ਹੈ ਤੇ ਘੰਡੇ ਹੇੜੇ ਦਾ ਸਾਜ਼ ਵਜਾਉਂਦਾ, ਤੇ ਉਹ ਇੰਨਾ ਕੁ ਮਸਤ ਹੋ ਜਾਂਦਾ, ਸਿੱਧਾ ਉਧਰ ਨੂੰ ਜਾਂਦਾ ਜਿੱਥੋਂ ਆਵਾਜ਼ ਆਉਂਦੀ ਹੈ। ਇੱਦਾਂ ਹੀ ਕਵੀ ਜੀ ਕਹਿੰਦੇ ਜਿੱਧਰ ਮੇਰੇ ਗੁਰੂ ਨਾਨਕ ਜੀ ਖੇਡਦੇ ਨੇ, ਜਾਂ ਮੇਰੇ ਗੁਰੂ ਨਾਨਕ ਸਾਹਿਬ ਤੋਤਲੀਆਂ ਗੱਲਾਂ ਕਰਦੇ ਨੇ, ਰਾਹੀ ਰਸਤੇ ਭੁੱਲ ਜਾਂਦੇ, ਪਰੰਦੇ ਆਪਣਾ ਰਸਤਾ ਭੁੱਲ ਜਾਂਦੇ ਹੈ। ਉਹ ਵੀ ਮਹਾਰਾਜ ਸਾਹਿਬ ਦੇ ਆਪਣੇ ਬੱਚਿਆਂ ਨੂੰ, ਆਲਣਿਆਂ ਨੂੰ ਛੱਡ ਕੇ ਮਹਾਰਾਜ ਸਾਹਿਬ ਦੇ ਦੀਦਾਰ ਕਰਦੇ ਹਨ। ਧੰਨ ਮੇਰੇ ਮਹਾਰਾਜ ਦੀ ਲੀਲਾ ਨੂੰ ਕਵੀ ਜੀ ਬਿਆਨ ਕਰਦੇ ਹਨ। ਕਹਿੰਦੇ ਜਿਹੜੇ ਵੀ ਧਿਆਨ ਧਰਦੇ ਹਨ, ਜਿੱਦਾਂ ਭੌਰਾ ਫੁੱਲ ਦੇ ਉੱਤੇ ਬਹਿ ਕੇ ਤੇ ਆਪਣੇ ਆਪ ਦਾ ਚੇਤਾ ਭੁਲਾ ਲੈਂਦਾ, ਇਸੇ ਤਰ੍ਹਾਂ ਸ਼ਹਿਦ ਵਾਲੀ ਮੱਖੀ ਮਿਹਨਤ ਕਰਕੇ ਰਸ ਇਕੱਠਾ ਕਰ ਲੈਂਦੀ ਹੈ। ਇਸੇ ਤਰ੍ਹਾਂ ਚੰਨ ਚਕੋਰ ਨੂੰ ਤੱਕਦੀ ਸਾਰੀ ਰਾਤ ਇੱਕ ਜਗ੍ਹਾ 'ਤੇ ਖੜੋਤੀ ਰਹਿੰਦੀ ਹੈ। ਚੱਕਵੀ ਚੱਕਵਾ ਸੂਰਜ ਨੂੰ ਉਡੀਕਣ ਵਾਸਤੇ ਸਾਰੀ ਰਾਤ ਭੱਜੇ ਫਿਰਦੇ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ, ਤੇਰੇ ਸਿੱਖ ਵੀ ਜਿਹੜੇ ਤੈਨੂੰ ਪਿਆਰ ਕਰਦੇ, ਉਹ ਵੀ ਤੇਰੇ ਦਰਸ਼ਨਾਂ ਨੂੰ ਤਰਸਦੇ ਫਿਰਦੇ ਹਨ। ਕਹਿੰਦੇ ਹੁਣ ਆਓ ਜੀ, ਚਲਦਿਆਂ ਚਲਦਿਆਂ ਮਹਾਰਾਜ ਦੀ ਉਮਰ ਹੋ ਗਈ 5 ਵਰਿਆਂ ਦੀ। ਕਹਿ ਦਿਓ ਸਤਿਨਾਮ ਵਾਹਿਗੁਰੂ। ਧੰਨ ਮੇਰੇ ਗੁਰੂ ਨਾਨਕ ਰੱਬ ਜੀ ਦੁਨਿਆਵੀ ਤੌਰ ਤੇ ਅੱਜ 5 ਵਰਿਆਂ ਦੇ ਹੋ ਗਏ। ਕਹਿੰਦੇ ਜਦੋਂ 5 ਸਾਲਾਂ ਦੇ ਹੋ ਗਏ ਤੇ ਹੁਣ ਏਦਾਂ ਦਾ ਕਾਰਜ ਕਰਨ ਲੱਗੇ। ਕਿਹੜਾ ਕਾਰਜ? ਕਹਿੰਦੇ ਜਿਹੜੀ ਵੀ ਚੀਜ਼ ਘਰ ਦੇ ਵਿੱਚ ਲੱਭਦੀ ਹੈ ਨਾ, ਬਾਬਾ ਨਾਨਕ ਜੀ ਉਹਨੂੰ ਚੁੱਕ ਲੈਂਦੇ ਆ ਘਰੋਂ ਤੇ ਬਾਹਰ ਲੈ ਜਾਂਦੇ ਹਨ। ਕਹਿੰਦੇ ਲੈ ਜਾਂਦੇ ਘਰੋਂ ਤੇ ਵਾਪਸ ਨਹੀਂ ਲਿਆਉਂਦੇ। ਆਖੋ ਸਤਿਨਾਮ। ਇੱਕ ਆਪਾਂ ਜਿਹੜੇ ਬਾਹਰੋਂ ਚੀਜ਼ਾਂ ਘਰ ਨੂੰ ਤੇ ਲੈ ਜਾਵਾਂਗੇ, ਘਰੋਂ ਨਹੀਂ ਬਾਹਰ ਲਿਆ ਸਕਦੇ। ਹਰ ਬੰਦਾ ਘਰ ਨੂੰ ਹੀ ਖਿੱਚਦਾ ਵੀ ਮੇਰਾ ਘਰ ਬਣ ਜੇ। ਇਹ ਤਾਂ ਰੱਬ ਦੇ ਪਿਆਰੇ ਹੀ ਹੈ ਜਿਹੜੇ ਆਪਣੇ ਘਰੋਂ ਲਿਆ ਕੇ ਬਾਹਰ ਦੇ ਸਕਦੇ। ਦੇਣਾ ਭਗਤੀ ਵਾਲੇ ਦਾ ਕੰਮ, ਲੈਣ ਵਾਸਤੇ ਸਾਰੇ ਹੀ ਤਿਆਰ ਹੈ। ਇਸ ਕਰਕੇ ਕਹਿੰਦੇ ਨੇ ਕਿ ਜਦੋਂ ਬਹੂ ਆਈ ਹੈ ਤੇ ਸਾਰਾ ਕੁਝ ਨਾਲ ਹੀ ਲੈ ਆਵੇ। ਤੇ ਜਦੋਂ ਆਪਣੀ ਬੱਚੀ ਦਾ ਵਿਆਹ ਕਰਨਾ ਫਿਰ ਕਹਿਣਗੇ ਕੋਈ ਇੱਦਾਂ ਦਾ ਪਰਿਵਾਰ ਲੱਭੇ ਜਿਹੜਾ ਕਹੇ ਸਾਨੂੰ ਇਕੱਲੀ ਬੱਚੀ ਚਾਹੀਦੀ, ਕੁਛ ਨਹੀਂ ਲੈਣਾ। ਅੱਛਾ ਬੇਗਾਨਾ ਤੈਨੂੰ ਦੇ ਦੇ ਤੇ ਤੈਨੂੰ ਨਾ ਦੇਣਾ ਪਵੇ। ਇੱਦਾਂ ਦੀ ਸਾਡੀ ਅਵਸਥਾ ਹੈ ਵੀ ਅਸੀਂ ਲੈ ਲਈਏ ਤੇ ਦੇਈਏ ਨਾ। ਤੋ ਬਾਬਾ ਨਾਨਕ ਜੀ ਘਰੋਂ ਜਿਹੜੀ ਵਸਤੂ ਵੀ ਚੱਕਦੇ ਨੇ ਬਾਹਰ ਲੈ ਆਉਂਦੇ ਨੇ, ਪਰ ਵਾਪਸ ਨਹੀਂ ਲਿਜਾਂਦੇ। ਕਹਿੰਦੇ ਮੇਰੇ ਬਾਬੇ ਦਾ ਸੁਭਾਅ ਕਿੱਦਾਂ ਦਾ ਵੀ ਜੇ ਭਾਂਡੇ ਮਿਲੇ ਤੇ ਭਾਂਡੇ ਹੀ ਚੱਕ ਲਿਆਉਣੇ, ਜੇ ਵਸਤਰ ਮਿਲੇ ਤੇ ਵਸਤਰ ਹੀ ਚੱਕ ਲਿਆਉਣੇ ਹੈ। ਜੇ ਗਹਿਣਾ ਕੋਈ ਵੱਜ ਗਿਆ ਨਾ ਮਾਤਾ ਦਾ ਪਿਆ ਤੇ ਉਹ ਵੀ ਚੱਕ ਲੈਣਾ, ਕਿਉਂਕਿ ਪਟਵਾਰੀ ਸਾਹਿਬ ਤੇ ਪਟਵਾਰਨ ਹੈ ਮਾਤਾ ਤ੍ਰਿਪਤਾ।
ਕੋਈ ਮਾਟੀ ਮੋਟੀ ਤਾਂ ਗੱਲ ਹੈ ਨਹੀਂ। ਅੱਜ ਵੀ ਕਈ ਪਟਵਾਰੀ ਹੈਗੇ ਆ ਬਥੇਰੀ ਛਿੱਲ ਲਾ ਕੇ ਬੈਠੇ, ਆਖੋ ਸਤਿਨਾਮ, ਸਿੱਧਾ ਹੀ ਖਰਾਬਾ ਖਾ ਜਾਂਦੇ ਵਿੱਚੋਂ। ਮੈਨੂੰ ਤਾਂ ਪਤਾ ਨਾ ਸਾਡੇ ਪਾਣੀ ਪੂਣੀ ਆਉਂਦਾ ਰਹਿੰਦਾ ਦਰਿਆ ਦਾ, ਤਾਂ ਜੇ 5 ਕਿੱਲੇ ਆ ਤੇ ਪਟਵਾਰੀ ਨੇ ਕਹਿਣਾ 10 ਪਾ ਦਿੰਨੇ, 5 ਮੇਰੇ ਤੇ 5 ਤੇਰੇ। ਜੇ 100 ਕਿੱਲਾ ਹੈ ਤੇ ਵਿੱਚੋਂ ਕਹਿਣਾ 75 ਕਿੱਲਿਆਂ ਦਾ ਤੂੰ ਲੈ ਲਈ, 25 ਦਾ ਮੈਨੂੰ ਦੇ ਦੀ। ਇਹਨਾਂ ਨੂੰ ਸਾਰੇ ਰਾਹ ਪਤਾ ਹੁੰਦੇ ਆ, ਅੱਧੋ ਅੱਧੀ ਕੰਮ ਚੱਲਦਾ। ਇਸ ਕਰਕੇ ਮਾਫ ਕਰ ਦਿਓ, ਕੋਈ ਆਪਣੇ ਤੇ ਨਾ ਲਾਇਓ। ਪਟਵਾਰੀ ਸਾਹਿਬ ਜੀ ਬਹੁਤ ਪੜ੍ਹੇ ਲਿਖੇ ਨੇ ਤੇ ਖੁੱਲ੍ਹਾ ਪੈਸਾ ਘਰ ਦੇ ਵਿੱਚ, ਪਰ ਉਹ ਤੇ ਜੋੜਨ ਵਾਲਾ ਸੁਭਾਅ ਰੱਖਦੇ ਵੀ ਕਿਸੇ ਦੀ ਵੱਟ ਵਿੰਗੀ ਕਰਕੇ ਤੇ ਇੱਥੋਂ ਬਣਾ ਲਏ 4, ਕਿਸੇ ਦਾ ਐਨੂੰ ਖੱਤਾ ਕੱਢਤਾ ਇੱਥੋਂ ਬਣਾ ਲਏ। ਪਰ ਇਹ ਨਹੀਂ ਪਤਾ ਮੇਰੇ ਘਰ ਰੱਬ ਆ ਗਿਆ ਜੀ। ਤੇ ਰੱਬ ਕੀ ਕਰਦਾ ਏ, ਜੇ ਗਹਿਣਾ ਵੱਜਦਾ ਏ, ਬਸਤਰ ਵੱਜਦੇ ਨੇ, ਜੋ ਵੀ ਹੱਥ ਆਉਂਦਾ ਹੈ ਘਰ ਦੇ ਵਿੱਚੋਂ ਲੈ ਜਾਂਦੇ ਹਨ। ਜਾਏ ਨਰਸਤਨ ਜਾਏ ਤਹਿ ਜਹ ਅਗਾਤ ਜਿਨੇ। ਕਹਿੰਦੇ ਜਿਹੜਾ ਵੀ ਰਸਤੇ 'ਚ ਮਹਾਰਾਜ ਨੂੰ ਪਿਆਰ ਕਰਦਾ, ਭੁੱਖਾ ਨੰਗਾ, ਜੋ ਮਹਾਰਾਜ ਕੋਲੇ ਹੁੰਦਾ, ਜੇ ਬਸਤਰ ਆਉਂਦੇ ਤੇ ਬਸਤਰ ਹੀ ਦੇ ਦਿੰਦੇ, ਜੇ ਗਹਿਣਾ ਹੁੰਦਾ ਤੇ ਗਹਿਣੇ ਹੀ ਦੇ ਦਿੰਦੇ। ਮੇਰੇ ਪਾਤਸ਼ਾਹ ਵੰਡਣ ਆਏ ਸੀ, ਕਿਉਂਕਿ ਉਹਨਾਂ ਦਾ ਪ੍ਰਕਾਸ਼ ਜਦੋਂ ਹੋਇਆ ਉਹਨਾਂ ਦੀਆਂ ਦੋਵੇਂ ਮੁੱਠਾਂ ਖੁੱਲੀਆਂ ਸੀ। ਆਪਾਂ ਜਦੋਂ ਜੰਮੇ ਸੀ ਤੇ ਮੁੱਠਾਂ ਬੰਦ ਸੀ, ਸੜਿਆ ਜੇ ਆਪਣਾ ਮੂੰਹ ਸੀ, ਆਖੋ ਸਤਿਨਾਮ। ਇੱਦਾਂ ਨਿੱਕੇ ਨਿੱਕੇ ਬੱਚੇ ਸੜੇ ਜੇ ਮੁੱਠਾਂ ਘੁੱਟੀਆਂ, ਦਾਈ ਮੁੱਠ ਖੋਲ੍ਹਦੀ ਫੇਰ ਬੰਦ ਕਰ ਲੈਂਦੇ ਸਾਪਾਂ। ਜਿੱਦਣ ਜੰਮੇ ਸੀ ਇੰਨੇ ਸ਼ੈਤਾਨ ਸੀ, ਉਹ ਖੋਲ੍ਹੇ ਵਿਚਾਰੀ, ਫੇਰ ਉਦੋਂ ਪਤਾ ਲੱਗ ਜਾਂਦਾ ਵੀ ਇਹਨੇ ਸਾਰੀ ਜ਼ਿੰਦਗੀ ਮੁੱਠਾਂ ਹੀ ਘੁੱਟਣੀਆਂ, ਦੇਣਾ ਦੂਣਾ ਕੁਝ ਨਹੀਂ, ਆਖੋ ਸਤਿਨਾਮ। ਕਈ ਰੂਹਾਂ ਬੰਦਗੀ ਵਾਲੀਆਂ ਹੁੰਦੀਆਂ, ਉਹਨਾਂ ਨੂੰ ਰੱਬ ਨੇ ਖੁੱਲ੍ਹਾ ਹੱਥ ਦਿੱਤਾ ਹੁੰਦਾ, ਉਹ ਬਹੁਤ ਘੱਟ ਰਹਿ ਜਾਣੀਆਂ, ਕਿਉਂਕਿ ਉਹ ਵੀ ਬੰਦਗੀ ਵਾਲਿਆਂ ਨੂੰ ਪਤਾ ਹੁੰਦਾ ਵੀ ਇੱਥੇ ਕੁਝ ਨਹੀਂ, ਪੁੰਨ ਦਾਨ ਕਰ ਲਓ। ਜਿਹੜੀ ਗਾਂ ਵਾਲੇ ਤਾਂ ਸੂਮ ਹੈ ਸਾਰੇ, ਇਹਨਾਂ ਕਿੱਥੋਂ ਮਹਾਰਾਜ ਦੇ ਦਾਨ ਪੁੰਨ ਕਰਨਾ, ਆਖੋ ਸਤਿਨਾਮ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਦਇਆ ਕਰਦੇ ਨੇ। ਸਾਧ ਸੰਗਤ ਜੀ, ਇਹ ਬੜੀ ਵੱਡੀ ਦਾਤ ਹੈ। ਜਦੋਂ ਆਪਾਂ ਗੁਰੂ ਘਰ 'ਚ ਕੋਈ ਵੀ ਸੇਵਾ ਕਰਦੇ ਹਾਂ ਨਾ, ਚਾਹੇ ਲੰਗਰ ਵਿੱਚ ਰਸਤਾਂ ਦੀ ਜਾਂ ਪੱਖੇ ਜਾਂ ਏਸੀ ਹੈ, ਤੇ ਕਿੰਨੀਆਂ ਸੰਗਤਾਂ ਦਾ ਅੰਦਰ ਠਰ ਜਾਂਦਾ, ਆਖੋ ਵਾਹਿਗੁਰੂ। ਕਿਉਂਕਿ ਕੋਈ ਦੂਰੋਂ ਦਰੇੜੋਂ ਵੀ ਯਾਤਰੀ ਆਉਂਦਾ ਹੈ ਨਾ, ਤੇ ਆਮ ਦਰਬਾਰ ਸਾਰੇ ਵੱਡੇ ਹੈ। ਕਈਆਂ ਦੇ ਮੂੰਹੋਂ ਮੈਂ ਸੁਣਿਆ ਕਿ ਜਦੋਂ ਆ ਕੇ ਬੈਠਦੇ ਨੇ ਕਹਿੰਦੇ ਆਹ ਬੜਾ ਆਨੰਦ ਦਰਬਾਰ 'ਚ, ਜੀ ਕਰਦਾ ਜਾਈਏ ਨਾ। ਉੱਥੇ ਜਿਹਨੇ ਕੀਤੀ ਹੁੰਦੀ ਸੇਵਾ ਉਹਦੀਆਂ ਵੀ ਕੁਲਾਂ ਤਰਨੀਆਂ ਜੀ। ਆਹ ਚਾਦਰਾਂ ਜਿੱਥੇ ਤੁਸੀਂ ਬਹਿੰਦੇ, ਜਿਹੜਾ ਧੋਂਦਾ ਏ ਜਾਂ ਲਿਆ ਕੇ ਦਿੰਦਾ, ਉਹਦੀਆਂ ਵੀ ਕੁਲਾਂ ਤਰ ਜਾਣੀਆਂ। ਕਿਉਂਕਿ ਸੀਸਾ ਹੈ ਨਾ, ਮੈਂ ਨਹੀਂ ਕਹਿੰਦਾ ਤੁਹਾਨੂੰ ਲਾਲਚ ਦੇ ਰਿਹਾ। ਗੁਰੂ ਨਾਨਕ ਸਾਹਿਬ ਜੀ ਸੋਹਿਲਾ ਸਾਹਿਬ 'ਚ ਕਹਿੰਦੇ ਨੇ, ਦੇਹੋ ਸੱਜਣ ਜਿਉ ਹੋਵੇ। ਕਿਸੇ ਪੁੱਜੀ ਹੋਈ ਰੂਹ ਦੀ ਸੀਸ ਜਿਹੜੀ ਬੰਦੇ ਨੂੰ ਤਾਰ ਜਾਂਦੀ ਹੈ। ਕਈ ਵਾਰੀ ਕਿਸੇ ਬਜ਼ੁਰਗ ਨੂੰ ਚੜ੍ਹਾ ਲਈਏ ਨਾ, ਉਹਨੇ ਕਹਿਣਾ ਰੱਬ ਤੈਨੂੰ ਬਹੁਤਾ ਦੇਵੇ, ਤੂੰ ਜੁਗ ਜੁਗ ਜਵਾਨੀਆਂ ਮਾਣੇ। ਕਈ ਵਾਰੀ ਮੌਤ ਆਈ ਹੁੰਦੀ, ਕਿਸੇ ਦੀ ਸੀਸ ਵਿੱਚ ਖੜੋ ਕੇ ਬੰਦੇ ਦੀ ਮੌਤ ਬਦਲ ਜਾਂਦੀ ਹੈ। ਇੱਥੋਂ ਤੱਕ ਵੀ ਹੈ, ਸੀਸਾਂ ਬੜੀਆਂ ਵੱਡੀਆਂ। ਸਰਦਾਰ ਨਿਹਾਲ ਸਿੰਘ ਜੀ, ਅਟਾਰੀ ਵਾਲਾ ਸਰਦਾਰ, ਕਹਿੰਦਾ ਕਹਾਉਂਦਾ ਸਰਦਾਰ ਹੈ, ਜਿਹਦੀ ਧੀ ਨਾਨਕੀ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਕੰਵਰ ਨੌ ਨਿਹਾਲ ਦੇ ਨਾਲ ਵਿਆਹੀ ਸੀ, ਤੇ 20 ਲੱਖ ਦਾ ਸਿਹਰਾ ਉਦੋਂ ਲਾਇਆ, ਤੇ ਇੰਨੇ ਪੈਸੇ ਮੰਗਤਿਆਂ ਨੂੰ ਦਿੱਤੇ। ਮੰਗਤੇ ਵੀ ਸ਼ਾਹ ਬਣ ਗਏ ਸੀ। ਇਹ ਅਟਾਰੀ ਵਾਲੇ ਪਰਿਵਾਰ ਦੀ ਬਹੁਤ ਵੱਡੀ ਦਾਸਤਾਨ ਹੈ। ਸ਼ਾਮ ਸਿੰਘ ਅਟਾਰੀ, ਫਤਿਹਗੜ੍ਹ ਸਭਰਾ, ਆਖਰੀ ਸਮ ਸੀ ਸਿੱਖ ਰਾਜ ਦਾ। 4 ਥੰਮ ਹੋਏ, ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਤੇ ਮਹਾਰਾਜਾ ਸ਼ਾਮ ਸਿੰਘ ਅਟਾਰੀ ਵਾਲਾ। 13 ਗੋਲੀਆਂ ਵੱਜੀਆਂ ਸੀ ਤੇ 8 ਤੀਰਾਂ ਤਲਵਾਰਾਂ ਦੇ। ਚਿੱਟਾ ਲਿਬਾਸ ਰੰਗਿਆ ਗਿਆ। ਕਨਕ ਅੰਗਰੇਜ਼ ਲਿਖਦਾ ਏ, ਕਹਿੰਦਾ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ, ਦੋਵੇਂ ਪਾਸਿਓਂ ਫੌਜਾਂ ਭਾਰੀਆਂ ਨੇ, ਸਹਿ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਡਿੱਗਦੇ ਸਿਣਿਓ ਬਾਰੀਆਂ ਨੇ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਮਹਾਰਾਜਾ ਸ਼ਾਮ ਸਿੰਘ ਅਟਾਰੀ ਵਾਲਾ, ਬੁੱਢਾ ਚਿੱਟਾ ਦਾੜਾ ਸੀ, ਚਿੱਟਾ ਘੋੜਾ, ਤੇ ਅੰਗਰੇਜ਼ਾਂ ਨੇ ਟੋਪੀਆਂ ਲਾ ਕੇ ਮੱਥਾ ਟੇਕਿਆ। ਕਹਿੰਦੇ ਵੀ ਉਹਦੇ ਹੱਥ ਵਿੱਚ ਜਿਹੜਾ ਖੰਡਾ ਸੀ ਨਾ, ਸ਼ਹੀਦ ਹੋਏ ਤੋਂ ਬਾਅਦ ਵਿੱਚ ਵੀ ਉਹਦੇ ਹੱਥ 'ਚੋਂ ਛੁੱਟਿਆ ਨਹੀਂ। ਤੁਸੀਂ ਅੰਦਾਜ਼ਾ ਲਓ ਵੀ ਕਿੰਨਾ ਤਲੀ 'ਚ ਧੱਸ ਗਿਆ ਹੋਵੇਗਾ, ਕਿੰਨੀ ਜੁਰਤ ਨਾਲ ਲੜਿਆ। ਇੱਕ ਪਾਸੇ ਗਨ ਮਸ਼ੀਨਾਂ ਤੇ ਤੋਪਾਂ ਚੱਲਦੀਆਂ ਹੋਣ, ਤੇ ਦੂਜੇ ਪਾਸੇ ਤਲਵਾਰਾਂ ਦੇ ਨਾਲ 4000 ਅੰਗਰੇਜ਼ ਵੜਤਾ। ਤੇ ਅੰਗਰੇਜ਼ਾਂ ਨੇ ਟੋਪੀਆਂ ਲਾ ਕੇ ਆਖਿਆ ਸੀ, ਸਰਦਾਰਾ ਤੂੰ ਜਿੱਤ ਗਿਆ, ਤੈਨੂੰ ਆਪਣੇ ਮਾਰ ਗਏ, ਜੇ ਕਿਤੇ ਕੋਈ ਪਿੱਛੇ ਧੋਖਾ ਨਾ ਦਿੰਦਾ ਤੇ ਸਾਨੂੰ ਭੱਜਣਾ ਪੈਣਾ ਸੀ। ਅੰਗਰੇਜ਼ ਭੱਜਣ ਹੀ ਲੱਗੇ ਸੀ ਵੀ ਸਿੱਖਾਂ ਦੀਆਂ ਤੋਪਾਂ ਬੰਦ ਹੋ ਗਈਆਂ।
ਵਾਪਸ ਆ ਗਏ ਫਿਰ ਔਰ ਮੱਥਾ ਟੇਕ ਕੇ ਗਏ। ਕਹਿੰਦੇ ਕਿਤੇ ਸਾਡੀ ਕੌਮ ਵੱਲੋਂ ਲੜਿਆ ਹੋਣਾ ਤੇ ਤੇਰੇ ਇੰਗਲੈਂਡ ਅਮਰੀਕਾ ਕੈਨੇਡਾ 'ਚ ਬੁੱਤ ਲਾ ਦਿੰਦੇ, ਪਰ ਤੂੰ ਹੈ ਨਿਕੰਮਿਆਂ ਦਾ ਸਰਦਾਰ। ਇਹ ਸਿੱਖ ਕੌਮ ਜਿਹੜੀ ਇਹ ਰਾਜ ਲਵੇ ਤੇ ਸਾਰੀ ਦੁਨੀਆ ਦਾ ਕਰ ਨਹੀਂ ਸਕਦੇ, ਇਹ ਲੜਦੇ ਬੜਾ। ਇੱਥੇ ਆਪਾਂ 4 ਸੇਵਾਦਾਰਾਂ ਦੇ 10 ਸੰਗਤਾਂ ਇੱਕ ਦੂਜੇ ਦਾ ਮਾੜਾ ਕਰੀ ਜਾਂਦੇ, ਇੱਕ ਦੂਜੇ ਨੂੰ ਕਹਿੰਦੇ ਵੀ ਜੇ ਇੱਥੇ ਬਹਿ ਗਿਆ ਤੇ ਇਹ ਨਾ ਕੱਲ੍ਹ ਨੂੰ ਮਰ ਜਾਵੇ ਤੇ ਮੈਂ ਬਵਾਂ। ਕੀ ਹੈ ਸਾਡੇ ਵਿੱਚ? ਇਹ ਕੋਈ ਪਿਆਰ ਹੈ? ਇੱਕ ਦੂਜੇ ਦੇ, ਇੱਕ ਨੇ ਗੁਰਦੁਆਰੇ, ਦੂਜਾ ਕਹਿੰਦਾ ਮੈਨੂੰ ਇੱਥੇ ਨਹੀਂ ਬਹਿਣਤਾ, ਕੱਲ੍ਹ ਨੂੰ ਮੈਂ ਆਪਦਾ ਗੁਰਦੁਆਰਾ ਬਣਾ ਲੈਣਾ। 7-7 8-8 ਗੁਰਦੁਆਰੇ ਪਿੰਡਾਂ 'ਚ ਬਣਾ ਲਏ ਤੇ ਭਾਈ ਲੱਭਣ ਕੋ ਨਹੀਂ ਦਿਆ। ਤੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਹੋਣਗੇ ਮੈਂ ਤਾਂ ਕਿਹਾ ਸੀ ਘਰ ਨੂੰ ਗੁਰਦੁਆਰਾ ਬਣਾਇਓ, ਕਿਉਂਕਿ ਜਿਸ ਘਰ ਦੇ ਵਿੱਚ ਬੰਦਗੀ ਕਰਨੀ, ਘਰ ਘਰ ਅੰਦਰ ਧਰਮਸਾਲ, ਸਾਰੇ ਜੀ ਨਿਤਨੇਮੀ ਹੋਇਓ, ਘਰੇ ਨਿਤਨੇਮ ਕਰਿਓ। ਤੁਸੀਂ ਤਾਂ ਭਲਿਓ ਬੂਹਿਆਂ ਅੱਗੇ ਗੁਰੂ ਘਰ ਹੀ ਜ਼ਿਆਦੇ ਬਣਾਤੇ, ਆਖੋ ਸਤਨਾਮ। ਤੋ ਇਸ ਕਰਕੇ ਕੁਝ ਚੀਜ਼ਾਂ ਜ਼ਰੂਰੀ ਨੇ। ਦੋ ਕਵੀ ਰਾਜ ਜੀ ਕਹਿੰਦੇ ਹਨ ਕਿ ਬਾਲਕ ਲੀਲਾ ਮਹਾਰਾਜ ਸੱਚੇ ਪਾਤਸ਼ਾਹ ਕਰਦੇ ਨੇ। ਜੋ ਵੀ ਮਹਾਰਾਜ ਸਾਹਿਬ ਦੇ ਕੋਲ ਆਉਂਦਾ ਤੇ ਬਾਹਰ ਹੀ ਵੰਡ ਆਉਂਦੇ ਹੈ। ਇੰਨਾ ਮੇਰੇ ਗੁਰੂ ਨਾਨਕ ਦੇ ਹੱਥਾਂ ਦੇ ਵਿੱਚ ਬਰਕਤ ਹੈ। ਕਰਤ ਨਿਤਾ ਪ੍ਰਤਿ ਵਿਦਕਾਰ ਦਇਆ ਕਰਨ ਕੋ ਜੀ ਵਿਵਹਾਰ। ਕਹਿੰਦੇ ਫਿਰ ਇੱਕ ਦਿਨ ਦਾ ਕੰਮ ਨਹੀਂ, ਰੋਜ਼ ਦਾ ਹੀ ਕੰਮ ਹੋ ਗਿਆ ਗੁਰੂ ਨਾਨਕ ਦਾ। ਵੀ ਹੌਲੀ ਜੀ ਮਾਤਾ ਤੋਂ ਅੱਖ ਬਚਾਉਣੀ ਤੇ ਜਿਹੜੀ ਚੀਜ਼ ਕਾਬੂ ਆਈ ਚੋਰੀ ਕਰ ਲਿਆਉਣੀ ਤੇ ਬਾਹਰ ਗਰੀਬਾਂ ਨੂੰ ਗੁਰਬਿਆਂ ਨੂੰ ਦੇ ਦੇਣੀ। ਹੁਣ ਆਪਾਂ ਵੀ ਵੇਖੋ ਜੀ, ਇੱਕ ਦਿਨ ਸੇਵਾ, 2 ਦਿਨ, ਤੀਜੇ ਦਿਨ ਅਗਲਾ ਕਹਿੰਦਾ ਬਾਬਾ ਜੀ ਤੁਸੀਂ ਤਾਂ ਰੋਜ਼ ਹੀ ਮੰਗਣ ਲੱਗ ਪਏ, ਕਹਿੰਦੇ ਆ ਨਾ। ਤੇ ਇੱਦਾਂ ਮੇਰੇ ਗੁਰੂ ਨਾਨਕ ਸਾਹਿਬ ਦੇ ਬਾਬਤ ਜਪਜੀ ਸਾਹਿਬ 'ਚ ਲਿਖਿਆ ਵੀ ਦਿੰਦਾ ਦੇ ਜੁਗਾ ਜੁਗੰਤ। ਕਹਿੰਦੇ ਬਾਬਾ ਕੋਈ 2 ਦਿਨ ਦਊ, 3 ਦਿਨ, ਚੌਥੇ ਦਿਨ ਕਹੂ ਹੱਥ ਜੋੜੇ ਚੰਗਾ ਤੈਨੂੰ ਦਿੱਤਾ, ਤੂੰ ਤਾਂ ਮਗਰ ਪੈ ਗਿਆ। ਤੇ ਮੇਰਾ ਬਾਬਾ ਕਹਿੰਦਾ ਤੂੰ ਲਈ ਜਾ ਲਈ ਜਾ ਲਈ ਜਾ, ਇੰਨਾ ਕੁ ਦੇ ਦੂੰਗਾ ਤੂੰ ਥੱਕ ਜਾਣਾ, ਮੈਂ ਫੇਰ ਨਹੀਂ ਰੁਕਣਾ। ਸਾਡੇ ਘਰ ਕੋਈ 3 ਦਿਨ ਮੰਗੇ, ਚੌਥੇ ਦਿਨ ਜਿੰਦਰਾ ਮੋਟਾ ਕਰਕੇ ਬੂਹੇ ਨੂੰ ਲਾਉਣਾ। ਧੰਨ ਮੇਰੇ ਗੁਰੂ ਰਾਮਦਾਸ ਦਾ ਘਰ ਵੇਖੋ, ਜਿੱਥੇ 1.5 ਘੰਟਾ ਮੱਥਾ ਟੇਕਣ ਨੂੰ ਲੱਗਦਾ ਤੇ ਕਿੰਨੀ ਦੁਨੀਆ ਇੱਦਾਂ ਝੋਲੀਆਂ ਕਰਕੇ ਮੰਗਦੀ। ਗੁਰੂ ਰਾਮਦਾਸ ਭਰ ਕੇ ਤੋਰਦੇ ਹਨ। ਇੱਕ ਭਾਜਨ ਨੀਨਾ ਰੰਗ ਪਿਕਿਓ ਇੱਕ ਤੈ 60 ਦੀਨਾ। ਕਹਿੰਦੇ ਮੇਰੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਭੱਜ ਭੱਜ ਕੇ ਕੋਈ ਭਾਂਡਾ ਲੈ ਆਉਂਦੇ, ਕੋਈ ਚੀਜ਼ ਘਰ ਦੀ ਜੋ ਵੀ, ਤੇ ਉਹ ਜਿਹੜਾ ਵੀ ਗਰੀਬ ਉਹਨਾਂ ਨੂੰ ਦੀਦਾ ਉਹਦੀ ਝੋਲੀ 'ਚ ਸੁੱਟ ਦਿੰਦੇ ਹਨ। ਹੋਰ ਕਰ ਨਿਜ ਕਰ ਆਏ ਜਬਈ ਜਨਨੀ ਹੀਰੇ ਰੋਸੀ ਤਬਈ। ਕਹਿੰਦੇ ਮਾਤਾ ਨੇ ਹਿਸਾਬ ਲਾਇਆ ਵੀ ਭਾਂਡੇ ਵੀ ਟੋਕਰੀ ਵਿਹਲੀ ਕਰਤੀ, ਆਖੋ ਸਤਨਾਮ। ਤੇ ਅੰਦਰ ਪੈਸਾ ਵੀ ਕੋਈ ਨਹੀਂ ਰਹਿੰਦਾ, ਕੱਪੜੇ ਵੀ ਗੁੰਮ ਹੁੰਦੇ ਵੀ। ਇਹ ਗੱਲ ਕੀ ਹੈ? ਕਈ ਵਾਰੀ ਆਪਾਂ ਧਿਆਨ ਦੇਈਦਾ ਨਾ ਵੀ ਚੀਜ਼ਾਂ ਜਾਣ ਕਿੱਥੇ ਦਈਆਂ। ਤੇ ਕਿਸੇ ਨੇ ਫਿਰ ਮਾਤਾ ਨੂੰ ਦੱਸਿਆ, ਕਹਿਣ ਲੱਗੇ ਤੁਸੀਂ ਧਿਆਨ ਨਹੀਂ ਰੱਖਦੇ ਨਾਨਕ ਦਾ। ਕਹਿੰਦੇ ਕੀ ਹੋਇਆ? ਕਹਿੰਦੇ ਤਾਂ ਰੋਜ਼ ਬੇਅੰਤ ਵਸਤੂਆਂ ਲਿਆ ਕੇ ਤੇ ਗਲੀਆਂ 'ਚ ਵੰਡ ਜਾਂਦੇ ਨੇ। ਜਦੋਂ ਮਾਤਾ ਜੀ ਨੇ ਫਿਰ ਐਸੇ ਬਚਨ ਸੁਣੇ ਹਨ, ਜਨ ਲੱਗੀ ਕਹਾਂ ਤੈ ਗੇਰਾ ਅਬ ਥੋ ਕਰ ਮੈਂ ਭਈ ਨਾ ਦੇਰਾ। ਕਹਿੰਦੇ ਇੱਕ ਦਿਨ ਮਾਤਾ ਜੀ ਲੁਕ ਗਏ, ਲੋਕੇ ਵੇਂਦੇ ਰਹਿ ਵੀ ਨਾਨਕ ਜੀ ਕਰਦੇ ਕੀ। ਕਹਿੰਦੇ ਮਹਾਰਾਜ ਸਾਹਿਬ ਜੀ ਨੇ ਮਹਿੰਗਾ ਬਰਤਨ ਚੁੱਕਿਆ, ਇੱਕ ਬੜਾ ਪਿਆਰਾ ਬਰਤਨ। ਘਰ ਦੇ ਵਿੱਚ ਪਹਿਲੇ ਬਰਤਨ ਉਹ ਕਿਹੜਾ ਬੜੇ ਵਧੀਆ ਹੁੰਦੇ ਸੀ, ਕਹਿੰਦੇ ਜਿਨ੍ਹਾਂ ਨੂੰ ਰੇਤਾ ਨਾਲ ਲੱਸੀ ਨਾਲ ਮਾਂਜਣਾ ਤੇ ਬੜੇ ਚਮਕ ਜਾਣੇ ਜਿਵੇਂ ਸੋਨੇ ਦੇ ਹੁੰਦੇ ਹੈ। ਉਹ ਭਾਂਡੇ ਯਾਦਾਂ ਹੀ ਸੀ, ਹੁਣ ਕਿੱਥੇ ਲੱਭਦੇ। ਉਹਨਾਂ 'ਚ ਬਰਕਤਾਂ ਸੀ। ਲੋਹਾ ਸਰਬ ਲੋਹ ਦਾ ਤੇ ਪਿੱਤਲ, ਇਹ ਦੋਵੇਂ ਚੀਜ਼ਾਂ ਜਿਹੜੀਆਂ ਖੁਰਦੀਆਂ ਏ। ਅੱਜ ਵੀ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਨਿਹੰਗ ਸਿੰਘਾਂ ਨੂੰ ਸਰਬ ਲੋਹ ਦਿੱਤਾ। ਉਹਦੇ ਵਿੱਚ ਤੁਸੀਂ ਲੱਸੀ ਪਾ ਦਿਓ, 15 ਮਿੰਟ ਬਾਅਦ ਲੱਸੀ ਕਾਲੀ ਹੋ ਜੂ। ਉਹ ਲੋਹਾ ਵਿੱਚ ਖੁਰੂਗਾ, ਉਹ ਕੈਂ ਵਿੱਚ ਖੁਰਦਾ ਸੀ। ਉਹਦੇ ਨਾਲ ਸਾਡੇ ਸਰੀਰ 'ਚ ਤੱਤ ਪੈਦਾ ਹੁੰਦੇ ਸੀ। ਇੱਕ ਤਾਂ ਕੇਸ ਨਹੀਂ ਸੀ ਛੇਤੀ ਚਿੱਟੇ ਹੁੰਦੇ, ਦੂਜਾ ਬੰਦੇ ਦੀ ਅੰਦਰੂਨੀ ਸ਼ਕਤੀ ਕਾਇਮ ਰਹਿੰਦੀ ਸੀ। ਬਹੁਤ ਮਾਫੀ ਦੇ ਦਿਓ, ਮੈਂ ਵਿਚਾਰ ਕਰ ਰਿਹਾ, ਮੈਨੂੰ ਕਹਿਣਾ ਪੈਣਾ ਹੈ ਕਿ ਜਿਸ ਸ਼ਕਤੀ ਦੇ ਨਾਲ ਆਮ ਹੀ 7-7 8-8 ਬੱਚੇ ਆਮ ਹੀ ਹੁੰਦੇ ਸੀ। ਤੇ ਔਰਤਾਂ 'ਤੇ ਵੀ ਕਿਰਪਾ ਸੀ, ਗੁੱਸਾ ਨਾ ਕਰਿਓ। ਇੱਕ ਗ੍ਰਸਤੀ ਜੀਵਨ ਹੈ। ਅੱਜ 10-10 ਸਾਲ ਹੋ ਗਏ ਵਿਆਹਾਂ ਨੂੰ, ਦਵਾਈਆਂ ਦਾ ਕੋਈ ਥਾਂ ਨਹੀਂ ਛੱਡਿਆ ਤੇ ਬੱਚਾ ਤਰਸ ਰਹੇ ਆ। ਇਹ ਬਹੁਤ ਵੱਡੀ ਦਾਤ ਸੀ, ਪਰ ਕਿਤੇ ਨਾ ਕਿਤੇ ਆਪਾਂ ਗਵਾ ਲਈ ਹੈ। ਨਾ ਤੇ ਆਪਣੇ ਘਰਾਂ 'ਚ ਸਰਬਲੋਹ ਦਾ ਭਾਂਡਾ ਰਹਿ ਗਿਆ, ਤੇ ਨਾ ਬੀਬੀ ਦਾ ਕਹਿਣ ਵਾਲਾ ਥਾਲ, ਤੇ ਨਾ ਵੱਡਾ ਗਲਾਸ। ਤੇ ਆਪਣੇ ਘਰ ਕੀ ਆ? ਪਲਾਸਟਿਕ ਤੇ ਕੱਚ, ਜਿਹਦੇ 'ਚ ਕੈਮੀਕਲ ਘੁਲ ਘੁਲ ਕੇ ਅੰਦਰ ਤੁਰਿਆ ਜਾਂਦਾ।
ਅੰਦਰ ਸਾਰਾ ਗਾਲ ਕੇ ਸਵਾਹ ਕਰਤਾ। ਮੈਨੂੰ ਮਾਫੀ ਦੇ ਦਿਓ, ਇਹ ਸੱਚ ਹੈ, ਭਾਵੇਂ ਕੋਈ ਨੂੰ ਨਾ ਦੂਜੇ ਪਾਸੇ ਰਵੇ। ਸਾਡੇ ਪੁਰਾਤਨ ਵਿਰਸੇ 'ਚ ਕੁਝ ਸੀ। ਕਹਿੰਦੇ ਮਾਤਾ ਜੀ ਲੋਕੇ ਦੇਖ ਰਹੇ ਨੇ, ਮੇਰੇ ਨਾਨਕ ਨੇ ਕੀ ਕੀਤਾ, ਇੱਕ ਕਹਿਣ ਦਾ ਭਾਂਡਾ ਚੱਕਿਆ ਬੜਾ ਸੋਹਣਾ, ਤੇ ਉਸ ਭਾਂਡੇ ਨੂੰ ਚੁੱਕ ਕੇ ਗਲੀ ਦੇ ਵਿੱਚ ਲੈ ਆਏ। ਮਾਤਾ ਵੀ ਹੌਲੀ ਹੌਲੀ ਪਿੱਛੇ ਤੁਰੀ ਆਈ। ਫਿਰ ਦਰਵਾਜ਼ੇ 'ਚ ਲੁਕ ਗਈ। ਜਦੋਂ ਬਾਟਾ ਦੇ ਕੇ ਵਾਪਸ ਗਏ ਤੇ ਮਾਂ ਨੇ ਬੂਹੇ 'ਚ ਪਕੜ ਲਿਆ ਮੇਰੇ ਨਾਨਕ ਨੂੰ। ਆਖੋ ਸਤਨਾਮ। ਕਿੱਦਾਂ ਦੀ ਅਵਸਥਾ ਹੋਏਗੀ। ਕਹਿੰਦੀ ਹੁਣ ਦੱਸੂ ਤੈਨੂੰ, ਤੇਰੇ ਕੋਲ ਜਿਹੜਾ ਬਰਤਨ ਕਿੱਥੇ ਹੈ। ਕਹਿੰਦੇ ਮੇਰੇ ਬਾਬੇ ਨਾਨਕ ਨੂੰ ਕੋਈ ਗੱਲ ਨਹੀਂ ਆ ਰਹੀ, ਹੁਣ ਪਕੜਿਆ ਗਿਆ ਨਾ। ਇਸ ਕਰਕੇ ਮਾਂ ਕਹਿੰਦੀ ਜਿਹੜਾ ਹੁਣੇ ਭਾਂਡਾ ਚੱਕਿਆ ਮੈਂ ਤੈਨੂੰ ਵੇਖਿਆ ਕਿੱਥੇ ਹੈ। ਕਹਿੰਦੇ ਮਹਾਰਾਜ ਸਾਹਿਬ ਜੀ ਚੁੱਪ ਕਰਕੇ ਥੋੜ੍ਹਾ ਜਿਹਾ ਚਿਹਰਾ ਮਹਾਰਾਜ ਦਾ ਸਹਿਮ ਗਿਆ। ਜਿੱਦਾਂ ਬੱਚਾ ਹੈ ਤਾਂ ਲੀਲਾ ਕਰ ਰਿਹਾ ਹੈ, ਤਾਂ ਰੱਬ ਸੀ, ਪਰ ਲੀਲਾ ਨੂੰ ਆਪਾਂ ਨਾਲ ਰੱਖਣਾ। ਜਿੱਦਾਂ ਕ੍ਰਿਸ਼ਨ ਭਗਵਾਨ ਜੀ ਲੀਲਾ ਪੁਰਸ਼ੋਤਮ ਸੀ, ਉਹਨਾਂ ਦੀਆਂ ਕਿੰਨੀਆਂ ਗੋਪੀਆਂ ਸੀ। ਤੇ ਜੇ ਕੋਈ ਦੂਜੇ ਪਾਸੇ ਇਸ ਗੱਲ ਨੂੰ ਲਾਵੇ ਤੇ ਉਹ ਤਾਂ ਕਈ ਕਹਿ ਵੀ ਦਿੰਦੇ ਹੈ ਵੀ ਵੇਖੋ ਜੀ ਇਹ ਗਲਤ ਗੱਲ ਹੈ, ਇੰਨੀਆਂ ਔਰਤਾਂ ਨਾਲ ਲਈ ਫਿਰਦੇ ਸੀ। ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਜੇ ਆਪਾਂ ਪਿਆਰ ਕਰਦੇ ਕਿਸੇ ਨਾਲ ਖੜੋ ਕੇ ਬਚਨ ਤੇ ਆਪਾਂ ਉਹਦੇ ਨਾਲ ਗਲਤੀ ਆ। ਅੱਜ ਸਾਡੀ ਸੋਚ ਬੜੀ ਮਾੜੀ। ਕੋਈ ਭੈਣ ਵੀਰ ਉੱਦਾਂ ਵੀ ਖੜੋ ਕੇ ਕਿਸੇ ਨੇ ਬਚਨ ਕਰਨਾ ਹੋਵੇ ਨਾ, ਕਿ ਕਿਉਂਕਿ ਮੁੱਖ ਜ਼ਿੰਮੇਵਾਰੀ ਹੈ ਨਾ ਸਾਡੀ। ਕੋਈ ਵੀ ਮਿਲਣ ਆ ਸਕਦਾ, ਕਿਸੇ ਨੇ ਅਰਦਾਸ ਕਰਾਉਣੀ, ਕੋਈ ਅਖੰਡ ਪਾਠ ਬੁੱਕ ਕਰਾਉਣਾ ਵੀ ਵੀਰ ਜੀ ਆਪਾਂ ਆਹ ਬਚਨ ਹੈ, ਅਸੀਂ ਪਤਾ ਨਹੀਂ ਦੂਰੋਂ ਖੜੋ ਕੇ ਕੀ ਬਣਾ ਦਿੰਦੇ ਹਾਂ। ਇਸ ਕਰਕੇ ਮਹਾਰਾਜ ਦੀ ਲੀਲਾ ਨੂੰ ਦੂਜੇ ਪਾਸੇ ਨਹੀਂ। ਕ੍ਰਿਸ਼ਨ ਜੀ ਲੀਲਾ ਪੁਰਸ਼ੋਤਮ ਹੈ, ਰਾਮ ਜੀ ਮਰਜ਼ਾਦਾ ਪੁਰਸ਼ੋਤਮ ਹੈ। ਤੇ ਲੀਲਾ ਦੇ ਵਿੱਚ ਮਹਾਰਾਜ ਲੀਲਾ ਨੂੰ ਉਹਦੀ ਨੂੰ ਕੋਈ ਜਾਣ ਨਹੀਂ ਸਕਦਾ। ਕਿਸੇ ਰਿਖੀ ਨੇ, ਮੈਨੂੰ ਪੂਰਾ ਤਾਂ ਯਾਦ ਨਹੀਂ, ਇੰਨਾ ਕੁ ਯਾਦ ਹੈ ਵੀ ਦਰਿਆ ਲੰਘਣਾ ਸੀ ਕਿਸੇ ਨੇ, ਤੇ ਕਿਸੇ ਰਿਖੀ ਨੇ ਆਖਿਆ ਵੀ ਤੂੰ 5 ਵਾਰੀ ਕਹਿ ਦੇ ਕ੍ਰਿਸ਼ਨ ਜਤੀ ਹੈ। ਉਹ ਕਹਿੰਦਾ ਬਹਿ ਜਾ ਆਰਾਮ ਨਾਲ, 300 ਕੇ ਕਿੰਨੀਆਂ ਗੋਪੀਆਂ ਤੇ ਜਤੀ ਕਿੱਦਾਂ ਹੋ ਗਿਆ। ਕਹਿੰਦਾ ਸ਼ੰਕਾ ਨਾ ਕਰੀ, ਤੂੰ ਕਹਿ ਦੇ 5 ਵਾਰੀ ਜਤੀ ਹੈ। ਜੇ ਜਤੀ ਹੋਵੇਗਾ ਤੇ ਤੈਨੂੰ ਦਰਿਆ ਰਸਤਾ ਦਊਗਾ। ਇਹ ਕਥਾ ਉਹਨਾਂ ਦੇ ਜੀਵਨ 'ਚ ਲਿਖੀ ਹੈ। ਉਹਨੇ ਕਹਿਤਾ, ਕਹਿੰਦੇ ਧੰਨ ਭਗਵਾਨ ਕ੍ਰਿਸ਼ਨ ਤੂੰ ਜਤੀ ਹੈ। 5 ਵਾਰੀ ਕਿਹਾ ਤੇ ਜਿਹੜਾ ਦਰਿਆ ਠਾਠਾਂ ਮਾਰਦਾ ਸੀ ਸਾਰੇ ਦਾ ਸਾਰਾ ਹੀ ਥੱਲੇ ਚਲੇ ਗਿਆ। ਕੀ ਕਹੋਗੇ ਹੁਣ ਇਹਨੂੰ? ਸਾਡੀ ਸੋਚ 'ਤੇ ਨਿਰਭਰ ਹੈ ਵੀ ਅਸੀਂ ਕੀ ਚੀਜ਼ ਕਹਿਣੀ ਹੈ। ਕਿਸੇ ਨੂੰ ਪਿਆਰ ਨਾਲ ਵੇਖਣਾ, ਅੱਖਾਂ ਹੀ ਹੁੰਦੀਆਂ ਜਿਹੜੀਆਂ ਅੱਖਾਂ ਆਪਣੀ ਭੈਣ ਨੂੰ ਵੇਖਦੀਆਂ, ਆਪਣੀ ਪਤਨੀ ਨੂੰ, ਆਪਣੀ ਮਾਂ ਨੂੰ। ਮਹਾਰਾਜ ਨੇ ਗੁਰਬਾਣੀ 'ਚ ਵੀ ਪੰਕਤੀ ਲਿਖਤੀ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ। ਅੱਖਾਂ ਤੇ ਉਹੋ ਹੀ ਦੋ ਨੇ, ਤੇਰੀ ਵੇਖਣੀ 'ਚ ਫਰਕ ਹੋ ਸਕਦਾ। ਇਸ ਕਰਕੇ ਸਾਧ ਸੰਗਤ ਮੇਰੇ ਗੁਰੂ ਨਾਨਕ ਦੀ ਲੀਲਾ। ਮਾਂ ਕਹਿੰਦੀ ਕਿੱਥੇ ਭਾਂਡਾ, ਤੇ ਮੇਰੇ ਬਾਬਾ ਜੀ ਚੁੱਪ ਕਰ ਗਏ। ਕਿਉਂਕਿ ਅੱਜ ਤੁਸੀਂ ਵੀ ਜੇ ਪਰਉਪਕਾਰ ਕਰਨਾ ਨਾ ਕਿਸੇ ਤੇ, ਤੁਹਾਨੂੰ ਘਰੋਂ ਗਾਲਾਂ ਪੈਣੀਆਂ। ਘਰ ਦੇ ਭਾਵੇਂ ਸਾਰਾ ਖਾ ਜਾਣ ਤੁਹਾਨੂੰ, ਤਾਂ ਵੀ ਨਹੀਂ ਰੱਜਣਾ ਉਹਨਾਂ ਨੇ। ਫਿਰ ਵੀ ਉਹਨਾਂ ਨੇ ਜਦੋਂ ਮਰ ਗਏ ਤੇ ਕਹਿਣਾ ਹੈ ਵੀ ਨੀਤ ਮਾੜੀ ਸੀ ਬੀਬੀ ਦੀ, ਬਾਪੂ ਦੀ। ਹੁਣ ਜਿੰਦਰਾ ਤੋੜੋ ਸੰਦੂਕ ਦਾ, ਚਾਦਰਾਂ 'ਚੋਂ ਪੈਸੇ ਨਿਕਲ। ਉਹ ਤੇ ਮਹਾਰਾਜ ਕਹਿੰਦੇ ਇਸ ਕਰਕੇ ਤੂੰ ਆਪ, ਇਹ ਬਾਬਾ ਈਸ਼ਰ ਸਿੰਘ ਦੇ ਬਚਨ ਹੈ। ਇੱਕ ਬੀਬੀ ਨਾ ਬੜੀ ਅਮੀਰ ਸੀ, ਤੇ ਉਹਦੇ ਘਰ ਜਿਹੜਾ ਮੰਗਤਾ ਆਉਣਾ ਤੇ ਉਹਨੇ ਆਪਣੀਆਂ ਨੌਵਾਂ ਨੂੰ ਕਹਿਣਾ ਪੋਤੇ ਨੂੰ ਆਟਾ ਪਾਓ, ਪੋਤੇ ਨੂੰ ਉੱਥੋਂ ਪੈਸੇ ਦਿਓ। ਤੇ ਇੱਕ ਵਾਰੀ ਮਹਾਂਪੁਰਖ ਗੁਜ਼ਰ ਰਹੇ, ਕਹਿੰਦੇ ਬੀਬੀ ਇਹ ਕੀ ਕਰਦੀਆਂ? ਕਹਿੰਦੀ ਪੁੰਨਦਾਨ। ਕਹਿੰਦੇ ਉਹ ਤਾਂ ਨੌਵਾਂ ਕਰ ਗਈਆਂ। ਹੁਕਮ ਨਹੀਂ ਕਰੀਦਾ ਹੁੰਦਾ ਇਸ ਚੀਜ਼ ਦੇ ਵਿੱਚ, ਸਾਰੀ ਸੇਵਾ ਤਾਂ ਉਹ ਲੁੱਟੀ ਜਾਂਦੇ। ਤੂੰ ਆਪਣੇ ਹੱਥੀਂ ਕੀ ਕੀਤਾ? ਹੱਥਾਂ ਨਾ ਕਰ। ਜਿੱਥੇ ਉਹਨਾਂ ਨੂੰ ਕਹਿੰਦੇ ਨਹੀਂ, ਆਪ ਉੱਠ ਕੇ ਆਪ ਜਾ ਕੇ ਜੋ ਵੀ ਦੇਣਾ ਹੱਥੀਂ ਦੇਈਦਾ ਹੁੰਦਾ। ਇਹ ਕਰ ਕਰੇ ਅੱਜ ਦੇਵਾਂਗੇ ਇਹਨਾਂ ਹੱਥਾਂ ਨਾਲ, ਤੇ ਜਦੋਂ ਫਿਰ ਰੱਬ ਦੇ ਘਰ ਗਏ ਤੇ ਅੱਗੇ 10 ਗੁਣਾ ਵੱਧ ਹੋ ਕੇ ਮਿਲਣਾ। ਰਾਜੇ ਅਜੇ ਨੇ ਲਿੱਦ ਪਾਈ ਸੀ ਇੱਕ ਸ਼ਾਬਾ, ਤੇ 10 ਗੁਣਾ ਵੱਧ ਗਈ। ਤੇ ਜੇ ਤੁਸੀਂ ਅੱਜ ਗੁਰੂ ਘਰ ਜਾਂ ਕਿਸੇ ਗਰੀਬ ਗੁਰਬੇ ਨੂੰ ਕੋਈ ਵੀ ਹੈਲਪ ਕਰਦੇ ਹੋ ਨਾ, ਤੁਹਾਡੀ 10 ਗੁਣਾ ਵੱਧ ਜਾਵੇਗੀ। ਕਹਿੰਦੇ ਉਸ ਵੇਲੇ ਮਾਤਾ ਜੀ ਨੇ ਜਦੋਂ ਵੇਖਿਆ ਨਾ ਮੇਰੇ ਨਾਨਕ ਜੀ ਚੁੱਪ ਨੇ, ਤੇ ਮਾਤਾ ਕਹਿੰਦੇ ਵੀ ਲੱਗਦਾ ਹੁਣ ਸੁਧਰ ਜੇਗਾ। ਹੋਰ ਮਾਤਾ ਜੀ ਗਰਮ ਹੋ ਗਏ, ਕਹਿੰਦੇ 10 ਕਿੱਥੇ ਹੈ, ਕਿਹਨੂੰ ਦੇ ਕੇ ਆਇਆ ਭਾਂਡੇ? ਕਵੀ ਸੰਤੋਖ ਸਿੰਘ ਵੀ ਅੰਦਰ ਨੂੰ ਖਿੱਚ ਕੇ ਲੈ ਜਾਂਦੇ। ਸੱਚ ਪੁੱਛਿਓ, ਕਹਿੰਦੇ ਜਦੋਂ ਦਵਕਾ ਮਾਰਿਆ ਤੇ ਮੇਰੇ ਗੁਰੂ ਨਾਨਕ ਦੀਆਂ ਅੱਖਾਂ ਜਿੱਦਾਂ ਇੱਕ ਹਰਨ ਦਾ ਛੋਟਾ ਜਿਹਾ ਬੱਚਾ ਭੋਲਾ ਜਿਹਾ ਲੱਗਦਾ ਹੈ ਨਾ,
ਇੰਨੇ ਪਿਆਰੇ ਮੇਰੇ ਮਹਾਰਾਜ ਦੇ ਨੈਣ। ਉਦਾਹਰਨ ਦੇ ਰਹੇ ਰੱਬ ਜੀ ਦੀ, ਕਹਿੰਦੇ ਸੋਹਣੀਆਂ ਜੀਆਂ ਅੱਖਾਂ ਮੇਰੇ ਗੁਰੂ ਨਾਨਕ ਸਾਹਿਬ ਦੀਆਂ, ਜਿਨ੍ਹਾਂ ਨੂੰ ਵੇਖ ਕੇ ਭੁੱਖ ਲੈਂਦੀ, ਜਦੋਂ ਦਬਕਾ ਮਾਰਿਆ ਤੇ ਉਹਨਾਂ ਦੇ ਵਿੱਚ ਹੰਝੂ ਭਰ ਆਏ। ਧੰਨ ਮੇਰੇ ਗੁਰੂ ਨਾਨਕ ਸਾਹਿਬ ਜੀ। ਸਜਲ ਭਏ ਜਗਦੋ ਮਨੋ ਸ਼ੋਰਤ ਸਰਤਾ ਗਾਤ। ਕਹਿੰਦੇ ਜਦੋਂ ਗੁਰੂ ਨਾਨਕ ਨੇ ਇਦਾਂ ਅੱਖਾਂ ਝਮਕੀਆਂ, ਮੇਰੇ ਨਾਨਕ ਦੀਆਂ ਅੱਖਾਂ 'ਚੋਂ ਪਾਣੀ ਦੀਆਂ ਬੂੰਦਾਂ ਟਪਕ ਪਈਆਂ। ਤੇ ਕਵੀ ਸੰਤੋਖ ਸਿੰਘ ਕਹਿੰਦੇ ਧਰਤੀ ਤੇ ਇਦਾਂ ਲੱਗਣ ਲੱਗ ਪਿਆ ਜਿਵੇਂ ਸੱਤੇ ਸਮੁੰਦਰ ਆਪਣੀ ਬਾਜੀ ਲਾ ਗਏ ਹੋਣ, ਜਿਵੇਂ ਪੰਜੇ ਦਰਿਆ ਆਪਣਾ ਪਾਸਾ ਪਲਟ ਗਏ ਹੋਣ, ਜਿਵੇਂ ਬੱਦਲਾਂ ਨੇ ਆਪਣੀ ਸਹਿਜ ਛੱਡ ਦਿੱਤੀ ਹੋਵੇ। ਇਸ ਤਰ੍ਹਾਂ ਕਰਕੇ ਗੁਰੂ ਨਾਨਕ ਦੀਆਂ ਦੋ ਬੂੰਦਾਂ, ਕਿਉਂਕਿ ਸਾਧ ਸੰਗਤ ਜੀ ਰੱਬ ਹੈ ਨਾ, ਇੱਕ ਬਾਲ ਲੀਲਾ ਕਰਕੇ ਮਹਾਰਾਜ ਦੀਆਂ ਅੱਖਾਂ 'ਚ ਜਾਲ ਲਾਇਆ। ਵੈਸੇ ਰੱਬ ਜੀ ਇਸ ਚੀਜ਼ ਨੂੰ ਨਹੀਂ ਮੰਨਦੇ, ਪਰ ਇੱਥੇ ਲੀਲਾ ਚੱਲ ਰਹੀ, ਬਾਲ ਲੀਲਾ। ਬਾਲ ਲੀਲਾ ਦੀ ਕਥਾ 'ਚ ਮਹਾਰਾਜ ਨੇ ਰੋਲ ਅਦਾ ਕਰਨਾ ਹੀ ਹੈ ਬੱਚੇ ਦਾ, ਕਿਉਂਕਿ ਮਹਾਰਾਜ ਖੁਦਾ ਦੇ ਰੂਪ ਨੇ, ਦਇਆ ਦੇ ਸਾਗਰ ਨੇ। ਮੇਰੇ ਸਤਿਗੁਰੂ ਦਿਲ ਤਾਂ ਕਰਦਾ ਅੱਗੇ ਚੱਲੀਏ, ਪਰ ਸਮਾਂ ਸੰਪੂਰਨ ਹੋ ਚੁੱਕਾ ਹੈ। ਕੱਲ੍ਹ ਦੇ ਦੀਵਾਨ ਵਿੱਚ ਬੜਾ ਪਿਆਰਾ ਪ੍ਰਸੰਗ ਹੈ ਮੇਰੇ ਸਤਿਗੁਰੂ ਨਾਨਕ ਦਾ, ਜੀ ਕਰਦਾ ਸੁਣੀ ਜਾਈਏ ਤੇ ਕਰੀ ਜਾਈਏ। ਤੇ ਮੇਰੇ ਗੁਰੂ ਨਾਨਕ ਸਾਹਿਬ ਨੂੰ ਕਵੀ ਨੇ ਕਿੰਨੇ ਪਿਆਰ ਦੇ ਨਾਲ ਦਰਸ਼ਨ ਕਰਾਏ ਹੈ ਕਿ ਸਤਿਗੁਰੂ ਮਹਾਰਾਜ ਦਾ ਸੁਭਾਅ ਸੀ ਦੇਣਾ। ਤੇ ਜਿੰਨੇ ਆਪਾਂ ਬੈਠੇ ਐ, ਅੱਜ ਵੀ ਮੇਰਾ ਬਾਬਾ ਨਾਨਕ ਦਈ ਜਾਂਦਾ। ਤੇ ਫਿਰ ਪੜਿਓ ਜੀ, ਦਿੰਦਾ ਦੇ ਲੈਂਦੇ ਥੱਕ ਪਾਏ, ਦਿੰਦਾ ਦੇ ਲੈਂਦੇ ਥੱਕ ਪਾਏ, ਦੇ ਲੈਂਦੇ ਥੱਕ ਪਾਏ, ਦਿੰਦਾ ਦੇ ਲੈਂਦੇ ਥੱਕ ਪਾਏ। ਜੁਗਾ ਜੁਗੰਤਰ ਖਾਹੀ ਖਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਦਿੰਦਾ ਦੇ ਲੈਂਦੇ ਥੱਕ ਪਾਏ, ਦਿੰਦਾ ਦੇ ਲੈਂਦੇ ਥੱਕ ਪਾਏ, ਦਿੰਦਾ ਦੇ ਲੈਂਦੇ ਥੱਕ ਪਾਏ, ਦਿੰਦਾ ਦੇ ਲੈਂਦੇ ਥੱਕ ਪਾਏ। ਜੁਗਾ ਜੁਗੰਤਰ ਖਾਹੀ ਖਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਜੁਗੰਤਰ ਖਾਹੀ ਖਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਧੰਨ ਮੇਰੇ ਗੁਰੂ ਨਾਨਕ ਸੱਚੇ ਪਾਤਸ਼ਾਹ। ਇੰਨਾ ਕੁ ਕਹਿ ਰਹੇ, ਕਰਤਾਰ ਖੁਦਾ ਦੇ ਰਿਹਾ, ਲੈਣ ਵਾਲੇ ਥੱਕ ਗਏ। ਜੋ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਖਾਂ ਨੂੰ ਮਹਾਰਾਜ ਰੌਸ਼ਨੀ ਦੇਈ ਜਾ ਰਿਹਾ, ਪਰ ਅੱਖਾਂ ਥੱਕ ਗਈਆਂ। ਕੰਨਾਂ ਨੂੰ ਬੜਾ ਸਰੋਤ ਦਿੱਤਾ, ਪਰ ਥੱਕ ਗਏ, ਬੋਲੇ ਹੋ ਗਏ। ਗੋਡੇ ਲੱਤਾਂ ਇੰਨਾ ਕੁਝ ਦਿੱਤਾ, ਪਰ ਹੁਣ ਉਹ ਵੀ ਕਹਿੰਦੇ ਬਸ ਹੁਣ ਨਹੀਂ ਤੁਰਿਆ ਜਾਂਦਾ। ਕਿੰਨਾ ਕੁਝ ਮਹਾਰਾਜ ਨੇ ਦਿੱਤਾ, ਲੈਣ ਵਾਲਾ ਥੱਕ ਗਿਆ, ਉਹ ਅਜੇ ਵੀ ਕਹਿੰਦਾ ਆ ਜਾ ਚੱਲ, ਕਹਿੰਦਾ ਨਹੀਂ ਬਸ ਬਥੇਰਾ ਤੁਰ ਲਿਆ, ਹੁਣ ਤੇ ਬਸ ਇੱਥੋਂ ਤੱਕ ਹੀ ਰਹਿ ਗਏ। ਇਸ ਕਰਕੇ ਮਹਾਰਾਜ ਕਹਿੰਦੇ ਭਰੋਸਾ ਰੱਖ ਇੱਕ ਥਾਂ ਤੇ ਕਿ ਜੁਗਾਂ ਜੁਗੰਤਰ, ਅੱਗੇ ਵੀ ਜਿੱਥੇ ਜਾ ਕੇ ਤੇਰਾ ਜਨਮ ਹੋਣਾ, ਉੱਥੇ ਵੀ ਤੈਨੂੰ ਦਈ ਜਾਣਾ, ਇਹਨੇ ਦਈ ਜਾਣਾ, ਇੱਥੋਂ ਦੀ ਬਸ ਨਹੀਂ। ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਧੰਨ ਮੇਰੇ ਗੁਰੂ ਨਾਨਕ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਘਰ ਬਹਿ ਜਾਂਦੇ, ਇਹੀ ਬੜਾ। ਬਹੁਤ ਦਾਤਾਂ ਮਹਾਰਾਜ ਨੇ ਦਿੱਤੀਆਂ, ਜਿਨ੍ਹਾਂ ਨੂੰ ਖੁਦ ਅਸੀਂ ਬੈਠੇ ਹਾਂ। ਹੌਲੀ ਹੌਲੀ ਮਹਾਰਾਜ ਕਹਿੰਦੇ ਸਬਰ ਰੱਖ, ਸਾਰਾ ਕੁਝ ਹੀ ਦਿੱਤਾ, ਜਿਸ ਚੀਜ਼ ਦੀ ਆਸ ਵੀ ਨਹੀਂ ਉਹ ਵੀ ਮਹਾਰਾਜ ਨੇ ਦੇ ਦਿੱਤੀ। ਆਖੋ ਸਤਿਨਾਮ। ਇਸ ਕਰਕੇ ਭਰੋਸਾ ਭਾਵਨਾ ਨਾ ਗਵਾਇਓ, ਇਸ ਵਿੱਚ ਹੀ ਰਾਸ ਹੈ। ਸਤਿਗੁਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਬੱਚੇ ਹਾਂ। ਗੁਰੂ ਕੀ ਸੰਗਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਸਰਵਣ ਕਰ ਰਹੀ ਹੈ। ਸਾਰੀ ਸੰਗਤ ਭੁੱਲ ਚੁੱਕ ਹੋ ਜੇ ਤੇ ਮਾਫ ਕਰ ਦਿਆ ਕਰੋ। ਵਿਦਵਾਨ ਜਨ ਵੀ ਗੁਰੂ ਦੀ ਕਥਾ ਸਰਵਣ ਕਰਦੇ ਹੈ। ਇੱਕ ਛੋਟਾ ਜਿਹਾ ਤੁੱਛ ਜਿਹਾ ਉਪਰਾਲਾ ਹੈ ਦਾਸਾਂ ਦਾ, ਕਿਉਂਕਿ ਪੂਰੇ ਦੀ ਕਥਾ ਅਧੂਰੇ ਨਹੀਂ ਕਰ ਸਕਦੇ।
ਫਿਰ ਵੀ ਗੁਰੂ ਕੀ ਸੰਗਤ ਦੀ ਸੀਧ ਸਦਕਾ ਮਹਾਰਾਜ ਤੇਰੇ ਗੁਣ ਗਾਈ ਦੇ ਐ, ਸਾਨੂੰ ਬਖਸ਼ਿਸ਼ ਕਰਕੇ ਬਖਸ਼ ਲਓ ਜੀ। ਨਾਨਕ ਨਾਮ ਬੋਲੇ